इस मुद्दे उत्ते गलबात करांगे कि परेशान क्यों ने किसान, क्यों सरकार के भरोसिਆਂ ਦੇ ਉੱਤੇ ਉਹਨਾਂ ਨੂੰ ਭਰੋਸਾ नहीं है। सरकार जो दावे करती है ਤੇ ਇਸ ਵਿਚਾਲੇ ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਨੂੰ ਵੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ SMS ਦੇ ਜ਼ਰੀਏ। ਤੇ ਅੱਜ ਦਾ ਸਾਡਾ ਸਵਾਲ ਸਾਡੇ ਦਰਸ਼ਕਾਂ ਦੇ ਲਈ ਉਹ ਤੁਹਾਡੀ ਟੀਵੀ ਸਕਰੀਨ ਤੇ ਹੁਣ ਕਿ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਦੇ ਖਦਸ਼ੇ ਜਾਇਜ਼ ਨੇ। ਬਹੁਤ ਸਿੱਧਾ ਸਵਾਲ ਅਸੀਂ ਤੁਹਾਨੂੰ ਪੁੱਛਿਆ ਕਿ ਤੁਸੀਂ ਆਪਣੀ ਇਸ ਦੇ ਉੱਤੇ ਰਾਏ ਜ਼ਰੂਰ ਦੇਣਾ ਕਿ ਆਰਡੀਨੈਂਸਾਂ ਨੂੰ ਲੈ ਕੇ ਜੋ ਕਿਸਾਨਾਂ ਨੇ ਖਦਸ਼ੇ ਜਤਾਏ ਨੇ ਕਿ ਉਹ ਜਾਇਜ਼ ਨੇ। जेकर तो लगता है कि हाँ जायज नहीं तो हाँ दे लिए टाइप करो न्यूज़ 18 स्पेस दे के PHH स्पेस दे के वाई। जेकर तो लगता है कि नहीं तो न्यूज़ 18 स्पेस दे के PHH स्पेस दे के N इस ਨੂੰ ਭੇਜ ਦਿਓ 56677 ਦੇ ਉੱਤੇ। मैं इस बुलेटिन ਦੇ इस प्रोग्राम ਦੇ आखिर ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ ਤੁਹਾਡੀ ਰਾਏ ਕਿ ਸਾਡੇ ਦਰਸ਼ਕਾਂ ਦੀ ਰਾਏ ਕੀ ਹੈ। ਤਾਂ ਅੱਜ ਦਾ ਸਵਾਲ ਵੀ ਅਸੀਂ ਇਸ ਦਾ ਜ਼ਿਕਰ ਕਰ ਚੁੱਕੇ ਹਾਂ। मतलब साफ है कि ਅੱਜ ਅਸੀਂ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਾਂਗੇ और ਗੱਲ ਹੋਣੀ ਜ਼ਰੂਰੀ ਵੀ ਹੈ। क्यों ਜ਼ਰੂਰੀ है? क्योंकि किसान सड़कों उत्ते ने अपनियां फसलों नूं छड्ड के झोना पक्कण कंढे है पर छड्ड के सड़कों के उत्ते ने कि ऑर्डीनेंस ना पास हो जाए। ऑर्डीनेंस नूं लैके बहुत सारे खदशे ने। साडे नाल मेहमान जुड़ांगे, सब तो जानने की कोशिश करांगे कि आखिर इस नूं किवें देख रहे ने। सब तो पहलां तुहाडा तारुफ करवा दईए अज दे मेहमानां दे नाल जिहड़े साडे नाल जुड़ रहे ने, इस चर्चा दे विच शामिल होणगे। साडे नाल डॉक्टर अमर सिंह जी जुड़ रहे ने, मैंबर पार्लीमेंट ने कांग्रेस दे। डॉक्टर साहब बहुत बहुत स्वागत है तुहाडा। ਸਾਡੇ ਨਾਲ ਅਮਨ ਅਰੋੜਾ ਜੀ ਜੁੜ ਰਹੇ ਨੇ, ਵਿਧਾਇਕ ਨੇ, MLA ਨੇ ਆਮ ਆਦਮੀ ਪਾਰਟੀ ਦੇ। ਅਰੋੜਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਜੀ ਜੁੜ ਰਹੇ ਨੇ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ। ਰਾਜੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜ ਰਹੇ ਨੇ ਸਵਰਨ ਸਿੰਘ ਚੰਨੀ ਜੀ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਤੁਹਾਨੂੰ ਬਹੁਤ ਸਾਰੇ ਸਵਾਲ ਅੱਜ ਹੋਣ ਜਾ ਰਹੇ ਨੇ। ਸ਼ੁਰੂਆਤ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਗੂੰਜੇਗਾ ਤੇ ਵਿਰੋਧੀ ਪਾਰਟੀਆਂ ਇਤਰਾਜ਼ ਜਤਾ ਰਹੀਆਂ ਨੇ ਤੇ ਪਾਰਲੀਮੈਂਟ ਚੋਂ ਕਿਵੇਂ ਇਸ ਪੂਰੇ ਮੁੱਦੇ ਨੂੰ ਰੱਖਣਗੀਆਂ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਜੀ ਤੁਹਾਡੇ ਤੋਂ ਸਵਾਲ। ਕਿਸਾਨ ਹੁਣ ਕਾਂਗਰਸ ਵੱਲ ਵੀ ਦੇਖ ਰਹੇ ਨੇ ਜਿਹੜੇ ਸੜਕਾਂ ਤੇ ਨੇ, ਕਿਸਾਨ ਵਿਰੋਧੀ ਪਾਰਟੀਆਂ ਦੇ ਵੱਲ ਦੇਖ ਰਹੇ ਨੇ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਸਾਡਾ ਪੱਖ, ਕਿਸਾਨਾਂ ਦਾ ਪੱਖ ਕਿਵੇਂ ਰੱਖੋਗੇ। ਮੈਂ ਸ਼ੁਰੂਆਤ ਹੀ ਤੁਹਾਡੇ ਤੋਂ ਕਰਨ ਜਾ ਰਿਹਾ ਕਿ ਪਾਰਲੀਮੈਂਟ ਨੂੰ ਲੈ ਕੇ ਕਾਂਗਰਸ ਦੀਆਂ ਤਿਆਰੀਆਂ ਕੀ ਨੇ, ਪਾਰਲੀਮੈਂਟ ਸੈਸ਼ਨ ਨੂੰ ਲੈ ਕੇ। ਡਾਕਟਰ ਸਾਹਿਬ देखो साडियां ਤਿਆਰੀਆਂ ਤੇ ਹੁਣ ਬਹੁਤ ਨੇ। ਸਾਡੇ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਹਿਲਾਂ ਤਾਂ ਇੱਕ ਐਮਪੀਆਂ ਦੀ ਕਮੇਟੀ ਬਣਾਈ ਜਿਹਦਾ ਮੈਨੂੰ ਵੀ ਮੈਂਬਰ ਰੱਖਿਆ ਕਿ ਇਹਨਾਂ ਆਰਡੀਨੈਂਸਾਂ ਤੇ ਕਾਂਗਰਸ ਦਾ ਕੀ ਜਵਾਬ ਰਹੂਗਾ। ਔਰ ਅਸੀਂ ਉਹਦੇ ਚ ਬਹੁਤ ਸੀਨੀਅਰ ਲੋਕ ਸੀ। ਅਸੀਂ ਉਹ ਸਾਰਾ ਵਿਚਾਰ ਕਰਕੇ ਅਸੀਂ ਆਪਣਾ ਇੱਕ ਰਿਪੋਰਟ ਬਣਾ ਕੇ ਕਾਂਗਰਸ ਪ੍ਰਧਾਨ ਨੂੰ ਦਿੱਤੀ ਆ। ਔਰ ਅਸੀਂ ਇਹ ਕਿਹਾ ਹੈਗਾ ਕਿ ਇਹ ਤਿੰਨੇ ਆਰਡੀਨੈਂਸ ਬੀਜੇਪੀ ਸਿਰਫ ਕਿਸਾਨਾਂ ਦੀ ਜਿਹੜੀ ਮਾੜੀ ਮੋਟੀ ਖੁਸ਼ਹਾਲੀ ਪਿਛਲੇ 40 50 60 ਸਾਲ ਜਾਈ ਆ ਉਹਨੂੰ ਖਤਮ ਕਰਨ ਲਈ ਕਰ ਰਹੀ ਆ। ਔਰ ਅਸੀਂ ਇਹਦਾ ਪਾਰਲੀਮੈਂਟ 'ਚ ਵੀ ਵਿਰੋਧ ਕਰਨਾ ਔਰ ਪੰਜਾਬ 'ਚ ਔਰ ਹਰਿਆਣੇ 'ਚ ਦਾ ਕਿਸਾਨ ਤਾਂ ਵਿਰੋਧ ਕਰ ਰਿਹਾ, ਜਗ੍ਹਾ ਜਗ੍ਹਾ ਹੋਰ ਜਗ੍ਹਾ ਵੀ ਕਰ ਰਿਹਾ, ਸਭ ਜਗ੍ਹਾ ਵਿਰੋਧ ਕਰਾਂਗੇ ਇਹਦਾ। ਇਹ ਤਾਂ ਇੰਨਾ ਵੱਡਾ ਧੋਖੇ ਵਾਲਾ ਕਦਮ ਚੱਕਿਆ ਹੈਗਾ। ਕਹਿ ਰਿਹਾ ਕਿ ਕਿਸਾਨਾਂ ਦੀ ਆਜ਼ਾਦੀ ਦੇਤੀ। ਉਹ ਤੁਸੀਂ ਤਾਂ ਕਿਸਾਨਾਂ ਨੂੰ ਵੱਡੇ ਕਾਰਪੋਰੇਟਸ, ਵੱਡੇ ਘਰਾਣਿਆਂ ਦੇ ਸਾਹਮਣੇ ਸੁੱਟਤਾ। ਇਹਨਾਂ ਨੂੰ ਖਾਣਾ ਉਹਨਾਂ ਦਾ ਬਣਾ ਕੇ, ਉਹਨਾਂ ਦੀ ਜਿਹੜੀ ਇੱਕ ਮਾੜਾ ਮੋਟਾ ਕੰਮ ਉਹਨਾਂ ਦਾ ਹੁੰਦਾ ਸੀ ਕਿ ਪੰਜਾਬ ਹਰਿਆਣੇ ਦੀਆਂ ਮੰਡੀਆਂ 'ਚ ਜਿਹੜਾ ਅਨਾਜ ਖਰੀਦਿਆ ਜਾਂਦਾ ਸੀ MSP ਤੇ, ਉਹ ਤੁਸੀਂ ਸਾਰਾ ਕੁਝ ਖਤਮ ਕਰਤਾ। ਸਟੇਟਾਂ ਨੂੰ ਤੁਸੀਂ ਸਟੇਟਾਂ ਦੇ ਅਧਿਕਾਰ ਲੈ ਲੇ। ਅੱਛਾ ਐਗਰੀਕਲਚਰ ਸਟੇਟ ਸਬਜੈਕਟ ਹੈ, ਤੁਸੀਂ ਆਪ ਸੰਵਿਧਾਨ ਪੜ੍ਹੋ, 14ਵੀਂ ਐਂਟਰੀ ਆ ਉਹਦੇ ਚ ਐਗਰੀਕਲਚਰ ਸਟੇਟ ਸਬਜੈਕਟ ਆ। ਅੱਛਾ ਕਿਸੇ ਨਾਲ ਗੱਲ ਨਹੀਂ ਕੀਤੀ ਔਰ ਆਪਣਾ ਚੱਕਤਾ ਕੰਮ। ਅੱਛਾ ਐਂਟਰੀ ਇੱਕ ਯੂਜ਼ ਕਰ ਰਹੇ ਕੰਕਰੈਂਟ ਲਿਸਟ ਚ ਇੱਕ ਨੰਬਰ 33 ਐਂਟਰੀ ਹੈਗੀ ਟ੍ਰੇਡ ਔਰ ਕਾਮਰਸ ਦੀ, ਉਹਨੂੰ ਯੂਜ਼ ਕਰਕੇ ਸਾਰੀਆਂ ਸਟੇਟਾਂ ਦੇ ਅਧਿਕਾਰ ਖਤਮ ਕਰਤੇ ਆ ਤਿੰਨਾਂ ਆਰਡੀਨੈਂਸਾਂ 'ਚ। ਮਤਲਬ ਇਹ ਕਰਤਾ ਕਿ ਸਟੇਟ ਦਾ ਹੁਣ ਕੋਈ ਰਾਈਟ ਨਹੀਂ ਬਚਿਆ ਹੈਗਾ, ਨਾ ਉਹ ਆਪਣੀ APMC ਦੀ ਮੰਡੀ ਰੱਖਣੀ ਹੈ ਤਾਂ ਰੱਖਣ, ਪਰ ਉਹ ਆਪਣੀ ਚਾਰ ਦੀਵਾਰੀ 'ਚ। ਜੀ ਡਾਕਟਰ ਸਾਹਿਬ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ, ਮੈਂ ਤੁਹਾਡੇ ਵਿਚਾਲੇ ਰੋਕ ਲਿਆ, ਮਾਫੀ ਚਾਹੂੰਗਾ ਕਿਉਂਕਿ ਮੈਂ ਪੜ੍ਹ ਰਿਹਾ ਸੀ, ਉਸ ਦੇ ਵਿੱਚ ਜ਼ਿਕਰ ਸੀ ਕਿ ਜਿਹੜੀ ਸਟੇਟ ਗਵਰਨਮੈਂਟ ਦੀ ਇਨਕਮ ਵੀ ਖਤਮ ਹੋਏਗੀ ਤੇ ਹੁਣ ਜ਼ਿਆਦਾ ਦਿੱਕਤ ਇਨਕਮ ਖਤਮ ਹੋਣ ਤੋਂ ਹੈ ਜਾਂ MSP ਨੂੰ ਲੈ ਕੇ ਇਸ ਸਮੇਂ ਜ਼ਿਆਦਾ ਚਿੰਤਾ ਤੁਹਾਨੂੰ ਜਤਾ ਰਹੀ ਜਾ ਰਹੀ ਹੈ? ਕਿਉਂਕਿ MSP ਨੂੰ ਤਾਂ ਸਰਕਾਰ ਕਹਿ ਰਹੀ ਹੈ ਕਿ ਖਤਮ ਨਹੀਂ ਹੋਏਗੀ। ਮੈਂ ਅਗਲੇ ਗੈਸ ਦਾ ਰੁਕ ਕਰਾਂਗਾ ਪਰ ਪਹਿਲਾਂ ਮੈਂ ਤੁਹਾਡਾ ਰਿਐਕਸ਼ਨ ਜਾਨਣਾ ਚਾਹੂੰਗਾ ਕਿ ਜ਼ਿਆਦਾ ਪ੍ਰੋਬਲਮ ਕਿੱਥੇ ਹੈ, ਕਿ ਸਟੇਟ ਗਵਰਨਮੈਂਟ ਦੀ ਇਨਕਮ ਖਤਮ ਹੋ ਰਹੀ ਹੈ? ਨਹੀਂ ਦੇਖੋ ਝੂਠ ਬੋਲ ਰਹੇ ਆ। ਤਿੰਨ ਆਰਡੀਨੈਂਸ ਹੈ
ਤਿੰਨਾਂ 'ਚ ਜਗ੍ਹਾ ਜਗ੍ਹਾ ਕੇ ਪ੍ਰੋਡਿਊਸ ਵੇਚਿਆ ਜਾ ਸਕਦਾ, ਖਰੀਦਿਆ ਜਾ ਗਿਆ, ਲਿਖਿਆ। ਇੱਕ ਲਾਈਨ ਇਹ ਪਾਉਣ 'ਚ ਕੀ ਤਕਲੀਫ ਸੀ ਕੇਂਦਰ ਸਰਕਾਰ ਨੂੰ ਕਿ ਜਿਹੜਾ ਮਰਜ਼ੀ ਖਰੀਦੇ, ਜਿੱਥੇ ਮਰਜ਼ੀ ਖਰੀਦੇ, ਲੇਕਿਨ MSP ਤੋਂ ਥੱਲੇ ਨਹੀਂ ਖਰੀਦ ਸਕਦਾ। ਇਹ ਲਿਖਣ 'ਚ ਕੀ ਤਕਲੀਫ ਸੀ? ਇਹ ਦੱਸਣ ਤਾਂ ਸਹੀ ਸਾਨੂੰ। MSP ਦਾ ਵਰਡ ਜਾਣ ਬੁੱਝ ਕੇ ਅਵੋਇਡ ਕੀਤਾ ਹੈਗਾ ਕਿ MSP ਦਾ ਵਰਡ ਨਹੀਂ ਯੂਜ਼ ਕੀਤਾ ਹੈਗਾ, ਜਾਣ ਬੁੱਝ ਕੇ ਕੀਤਾ ਹੈਗਾ। ਔਰ ਸਟੇਟ ਦਾ ਪੰਜਾਬ ਦਾ ਇੰਨਾ ਨੁਕਸਾਨ 4000 ਕਰੋੜ ਰੁਪਇਆ ਆਉਂਦਾ, GST ਦੇ ਨਹੀਂ ਰਹੇ। ਅੱਛਾ, ਰੈਵਨਿਊ ਕੋਈ ਦੂਸਰੇ ਸੋਰਸਸ ਲॉकडाउन ਕਰਤਾ, ਖਤਮ ਹੋ ਗਿਆ। ਹੁਣ ਇਹ ਵੀ 4000 ਕਰੋੜ ਜਾਊਗਾ। ਪਿੰਡਾਂ ਦਾ ਵਿਕਾਸ ਕਾਹਦੇ ਨਾਲ ਹੋਣਾ ਜੀ? ਦੱਸਣ ਤਾਂ ਸਹੀ ਨਾ। ਇਹਨੂੰ ਕੰਪਨਸੇਟ ਕਰਨ ਦਾ ਕੁਝ ਕਰਦੇ। ਇਹਨਾਂ ਨੇ ਤਾਂ ਮਜ਼ਾਕ ਬਣਾਇਆ ਹੋਇਆ ਹੈਗਾ ਕਿ ਕਿਉਂਕਿ ਮੈਜੋਰਿਟੀ ਆ ਪਾਰਲੀਮੈਂਟ 'ਚ ਕਿ ਜਿਹੜਾ ਮਰਜ਼ੀ ਕਾਨੂੰਨ ਪਾਸ ਕਰ ਲੋ, ਹੋਰ ਕੋਈ ਗੱਲ ਨਹੀਂ ਹੈ। ਇਹ ਬਿਲਕੁਲ ਜ਼ਿਆਦਤੀ ਵਾਲਾ ਕੰਮ ਹੈਗਾ। और केंद्र सरकार ठीक है, बिल्कुल किसानां नाल ज़्यादती जी मैं डॉक्टर साहब तुहाडे कोल वापस आऊंगा। तुसीं कह रहे हो कि ज़्यादती कीती जा रही है किसानां दे नाल। सर मैं तुहाडे कोल वापस आऊंगा। आपां सब नूं डिबेट दे विच शामिल कर लईए, सब दा रिएक्शन लईए। साडे नाल इस समय बलबीर सिंह राजेवाल जी ने। राजेवाल साहब, जेकर मेरी आवाज़ पहुंच रही होवे तां देखो, मेरा पहला सवाल है लोकां दे भी ज़हन च होएगा कि जे केंद्र सरकार आके कह रही है कि बेफिक्र रहो, तुहाडी फसलां असीं खरीदांगे, MSP खत्म नहीं होण दिंदे, तरह तरह के भरोसे ते दावे केंद्र के वल्लों किए जा रहे हैं। अकाली दल अपने पद्धर ते दावे कर रहा है, बीजेपी अपने पद्धर ते दावे करती है। किसानां नूं भरोसा क्यों नहीं केंद्र दी सरकार दे उत्ते, सरकारां दे उत्ते भरोसा क्यों नहीं तुहानूं? राजेवाल साहब, बहुत बुरा हाल है। इन्हां ने तां अपनी रिपोर्ट नहीं देखी जिहड़ी इन्हां कोल हैगी आ। इन्हां दा की भला हो सकदा किसान दा? इहदा झूठ बोलण दे मार हैगे आ जी। ठीक है डॉक्टर साहब, मैं तुहाडे कोल आऊंगा। तुहाडी किसानां दा जी मैनूं लगदा कि अमर सिंह जी तक मेरी आवाज नहीं पहुंच रही। 2022 तक मैं तुहाडे कोल वापस आऊंगा। सर राजेवाल साहब, मेरी आवाज आ रही है तुहाडे तक? ग्रोथ हुंदी है 2.5% एग्रीकल्चर दी, डबल किवें इनकम हो जूगी जी? दसो। ठीक है, राजेवाल साहब तक भी लग रहा है कि आवाज साडी नहीं पहुंच रही। कोशिश करेंगे एक बार फिर तो उन्हां दे नाल गलबात करन दी। मैं रुक करदा अमन अरोड़ा जी दा। आम आदमी पार्टी तो ने अरोड़ा साहब की तैयारी है, भगवंत मान की कुछ प्लानिंग लैके जा रहे ने सैशन दे विच, ते मैं भी समझना चाहुंदा कि विरोध, क्योंकि कांग्रेस कह रही है कि स्टेट गवर्नमेंट के हक खोले, आम आदमी पार्टी किस लेवल के उत्ते, किस मुद्दे के उत्ते इस समय विरोध कर रही है? सरकार कहती है कि MSP नूं लैके बेफिक्र रहो, MSP किते नहीं जा रही। देखो रोहित जी, जिस तक आम आदमी पार्टी का सवाल है, चाहे साडे लोक सभा च भगवंत मान जी ने और चाहे राज सभा साडे 3 मैंबर ने, तीन चारे MP पूरी तैयारी दे नाल ने, क्योंकि पूरे मुल्क की आर्थिकता जिहड़ी ਉਹ ਕਿਸਾਨਾਂ ਦੇ ਉੱਪਰ ਟਿਕੀ ਹੋਈ ਹੈ। ਜੇ ਕਿਸਾਨ ਖਤਮ ਹੋ ਗਿਆ ਤਾਂ ਕੱਲਾ ਕਿਸਾਨ ਨਹੀਂ ਖਤਮ ਹੋਣਾ ਹੈਗਾ, ਹਰੇਕ ਵਰਗ ਹੈ ਜਿਹੜਾ ਉਹ ਇਫੈਕਟ ਹੋਏਗਾ, ਔਰ ਪੂਰਾ ਸਮਾਜ ਹੈ ਜਿਹੜਾ ਉਹ ਪੂਰੇ ਮੁਲਕ ਦਾ ਢਾਂਚਾ ਜਿਹੜਾ ਉਹ ਵਿਗੜ ਜਾਏਗਾ। ਤੁਸੀਂ ਗੱਲ ਕੀਤੀ ਸੀ ਕਿ MPਆਂ ਦੀ, ਮੈਂ ਸਮਝਦਾ ਕਿ MPਆਂ ਦੇ ਉੱਪਰ ਜ਼ਰੂਰ ਜ਼ਿੰਮੇਵਾਰੀ ਬਣ ਜਾਏ, ਕਿਉਂਕਿ ਜਦੋਂ 250 MP ਖੁਦ ਆਪ ਕਿਸਾਨ ਹੋਣ ਅੱਜ ਲੋਕ ਸਭਾ ਤੇ, ਔਰ ਏਡਾ ਕੁ ਵੱਡਾ ਮੈਂ ਸਮਝਦਾ ਕਿ 70% ਲੋਕ ਜਦੋਂ ਮੁਲਕ ਦੀ ਪੋਪੂਲੇਸ਼ਨ ਕਿਸਾਨੀ ਦੇ ਉੱਪਰ ਡਿਪੈਂਡ ਕਰਦੀ ਹੋਵੇ ਤੇ ਬਹੁਤ ਵੱਡੀ ਜ਼ਿੰਮੇਵਾਰੀ MPਆਂ ਦੇ ਸਿਰ ਦੇ ਉੱਪਰ ਬਣ ਜਾਂਦੀ ਹੈ। ਹੁਣ ਤੁਸੀਂ ਗੱਲ ਕਰ ਰਹੇ ਸੀ ਕਿ MSP, ਦੇਖੋ ਅਸੀਂ ਬਿਲਕੁਲ ਨਹੀਂ ਕਹਿੰਦੇ ਹੈਗੇ ਇਹ MSP ਕਦੇ ਖਤਮ ਹੋ ਜਾਊਗੀ। ਅਸੀਂ ਕਹਿੰਦੇ ਆ MSP ਤਾਂ ਰੱਖਣਗੇ ਇਹ, ਪਰ ਐਸ਼ੋਰਡ ਪਰਚੇਜ਼ ਹੈ ਜਿਹੜੀ ਐਸ਼ੋਰਡ ਪਰਚੇਜ਼ ਕਣਕ ਝੋਨੇ ਦੀ ਹੁੰਦੀ ਹੈ, ਉਹ ਹੌਲੀ ਹੌਲੀ 2-4 ਸਾਲਾਂ ਦੇ ਚ ਇਹਨਾਂ ਨੇ ਕੇਂਦਰ ਸਰਕਾਰ ਨੇ ਖਤਮ ਕਰ ਦੇਣੀ ਹੈ। ਹੁਣ ਰੋਹਿਤ ਜੀ, MSP ਤਾਂ 22 ਫਸਲਾਂ ਦੇ ਉੱਪਰ ਕੇਂਦਰ ਸਰਕਾਰ ਅਨਾਉਂਸ ਕਰਦੀ ਹੈ ਹਰ ਸਾਲ, ਪਰ ਖਰੀਦੀ ਤਾਂ ਸਿਰਫ 2 ਹੀ ਫਸਲ ਹੈ ਨਾ ਜੀ, ਕਣਕ ਔਰ ਝੋਨਾ। ਬਾਕੀ 20 ਫਸਲਾਂ ਦੀ ਤਾਂ ਉੱਪਰ ਪਰਚੇਜ਼ ਹੀ ਨਹੀਂ, ਉਹਦਾ ਰੇਟ ਹੈਗਾ, ਰੇਟ ਆਉਂਦਾ ਪਰ ਪਰਚੇਜ਼ ਨਹੀਂ ਹੁੰਦੀ ਹੈਗੀ। ਸੋ ਇਹਦਾ ਮਤਲਬ ਕੀ ਹੋਇਆ ਕਿ 2-4 ਸਾਲਾਂ ਦੇ ਵਿੱਚ ਕਣਕ ਝੋਨੇ ਨੂੰ ਵੀ ਉਸੇ ਕੈਟਾਗਰੀ ਦੇ ਵਿੱਚ ਲੈ ਜਾਣਗੇ। ਔਰ ਪੂਰੇ ਮੁਲਕ ਦੇ ਵਿੱਚ ਰੋਹਿਤ ਜੀ ਸਿਰਫ 6% ਕਿਸਾਨ, ਇਹ ਜਿਹੜੀ ਗੱਲ ਇਹ ਕਹਿੰਦੇ ਨੇ ਕਿ ਵਨ ਨੇਸ਼ਨ ਵਨ ਮਾਰਕੀਟ, ਇਹ ਕਨਸੈਪਟ ਸੁਣਨ ਨੂੰ ਤਾਂ ਬਹੁਤ ਲੁਭਾਵਣਾ ਲੱਗਦਾ ਹੈ, ਪਰ ਲੋਕ ਮਾਰੂ ਹੈ, ਕਿਸਾਨ ਮਾਰੂ ਹੈ, ਕਿਉਂਕਿ ਪੂਰੇ ਮੁਲਕ ਦੇ ਵਿੱਚ ਅੱਜ ਮਹਿਜ਼ 6% ਕਿਸਾਨ, ਉਹ ਵੀ ਪੰਜਾਬ ਔਰ ਹਰਿਆਣੇ ਦੇ ਵਿੱਚ, ਉਹ ਹੈ ਜਿਹਦੀ ਐਸ਼ੋਰਡ ਪਰਚੇਜ਼ ਕਣਕ ਝੋਨੇ ਦੀ ਹੁੰਦੀ ਹੈ। ਬਾਕੀ 94% ਦੇ ਵਿੱਚ ਤੁਸੀਂ ਚਾਹੇ ਬਿਹਾਰ ਚਲੇ ਜਾਓ, ਮਹਾਰਾਸ਼ਟਰ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਆਂਧਰਾ ਚਲੇ ਜਾਓ, ਉੱਥੋਂ ਦੇ ਕਿਸਾਨਾਂ ਦੇ ਕੀ ਹਾਲ ਨੇ, ਉੱਥੇ ਜਾ ਕੇ ਦੇਖ ਲਓ, ਤੁਹਾਨੂੰ ਵਨ ਨੇਸ਼ਨ ਵਨ ਮਾਰਕੀਟ ਦੇ ਕਨਸੈਪਟ ਦੇ ਨਾਲ ਕਿਸਾਨ ਪੰਜਾਬ ਨਾਲੋਂ ਵੀ ਵੱਧ ਮੰਦਹਾਲੀ ਦੇ ਵਿੱਚ ਨੇ। ਤੁਸੀਂ ਜਦੋਂ ਆਪਣੇ, ਹੁਣ ਤੁਸੀਂ ਮੈਨੂੰ ਗੱਲ ਦੱਸੋ ਕਿ ਜਦੋਂ ਇੱਥੇ ਝੋਨੇ ਦੀ ਲਵਾਈ ਹੁੰਦੀ ਹੈ, ਬਿਹਾਰ ਅਜਿਹੀ ਸਟੇਟ ਹੈ ਜਿੱਥੋਂ ਹਰੇਕ ਪਿੰਡ ਦੇ ਵਿੱਚੋਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜੇ ਭਈਏ ਨੇ ਉਹ ਝੋਨਾ ਲਾਉਣ ਆਉਂਦੇ ਨੇ, ਉਹਨਾਂ ਕੋਲ ਆਪਦੀ ਵੀ ਉੱਥੇ 2-2 4-4 ਕਿੱਲੇ ਜ਼ਮੀਨ ਹੈਗੀ, ਪਰ ਉਹ ਲਾਉਣ ਇੱਥੇ ਆਉਂਦੇ ਨੇ ਕਿਉਂਕਿ ਉੱਥੇ ਜਿਹੜੀ ਮੱਕੀ ਦੀ ਮੇਨ ਫਸਲ ਹੈ, ਉੱਥੇ ਉਹ ਕਹਿੰਦੇ ਜੇ ਸਾਡੇ ਕੋਲ 4 ਕਿੱਲੇ ਹੈ ਵੀ ਗਏ
ਤਾਂ ਉਹਦੇ ਨਾਲ ਤਾਂ ਸਿਰਫ ਘਰ ਦਾ ਪੇਟ ਪਾਲਦਾ ਤੇ ਡੰਗਰਾਂ ਦਾ ਪੇਟ ਪਾਲਦਾ, ਹੋਰ ਕੋਈ ਉਹਨਾਂ ਨੂੰ ਪੈਸਾ ਨਹੀਂ ਕਮਾ ਪਾਉਂਦੇ ਹੈਗੇ। ਬਾਕੀ ਜ਼ਮੀਨ ਉਹ ਖਾਲੀ ਛੱਡ ਦਿੰਦੇ ਨੇ, ਕਿਉਂਕਿ ਪ੍ਰੋਡਿਊਸ ਦੀ ਕੀਮਤ ਹੈ ਜਿਹੜੀ ਉਹਨੂੰ ਪ੍ਰੋਡਿਊਸ ਕਰਨ ਦੀ, ਉਹਦੀ ਲਾਗਤ ਹੈ ਜਿਹੜੀ ਉਹ ਮਾਰਕੀਟ ਦੇ ਰੇਟਾਂ ਨਾਲੋਂ, ਬਾਜ਼ਾਰਾਂ ਨਾਲੋਂ ਘੱਟ ਪੈਸਾ, ਜਿਹੜੀ ਕੀਮਤ ਹੈ ਉਹ ਵੱਧ ਹੈ, ਔਰ ਜਿਹੜੀ ਪ੍ਰੋਡਿਊਸ ਜਿਹੜਾ ਪੈਸਾ ਉਹਨਾਂ ਨੂੰ ਮਿਲਦਾ ਜਿਹੜੀ ਖਰੀਦ ਹੈ ਉਸ ਦੇ ਉੱਤੇ ਕਿੰਤੂ ਪਰੰਤੂ ਹੈ ਕਿ ਜੀ ਜੀ ਬਿਲਕੁਲ ਜੀ ਠੀਕ ਹੈ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। 2-3 ਸਾਲਾਂ ਦੇ ਵਿੱਚ ਹੋ ਸਕਦਾ ਸ਼ਾਇਦ ਰੋਹਿਤ ਨਾਮ ਪਸੰਦ ਆਇਆ, ਪਰ ਮੇਰਾ ਗੌਰਵ ਹੈ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਚੰਨੀ ਜੀ ਨੇ, ਸਵਰਨ ਸਿੰਘ ਚੰਨੀ ਜੀ ਜੁੜੇ ਹੋਏ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਉਮੀਦ ਕਰਾਂਗਾ ਕਿ ਜਲਦੀ ਜਿਹੜੇ ਸਾਡੇ ਨਾਲ ਰਾਜੇਵਾਲ ਸਾਹਿਬ ਵੀ ਜੁੜਨ। ਮੈਂ ਰੁਕ ਕਰਦਾ ਹਾਂ ਚੰਨੀ ਜੀ ਦਾ। ਚੰਨੀ ਜੀ, ਤੁਹਾਡੇ ਉੱਤੇ ਹੀ ਹੁਣ ਸਾਰੇ ਸਵਾਲ ਘੁੰਮ ਕੇ ਆਉਣਗੇ ਬੀਜੇਪੀ ਦੇ ਉੱਤੇ। ਸਰ, ਭਰੋਸਾ ਕਿਵੇਂ ਕੀਤਾ ਜਾਵੇ ਸਰਕਾਰ ਤੇ? ਪਹਿਲਾ ਸਵਾਲ ਤੇ ਸਿੱਧਾ ਸਵਾਲ ਕਿ ਜੇਕਰ ਭਰੋਸਾ ਕਰਦੇ ਨੇ ਕਿਸਾਨ, ਸਭ ਤੋਂ ਪਹਿਲਾਂ ਮੱਕੀ ਦੀ ਫਸਲ ਦੇ ਉੱਤੇ ਗੱਲ ਕਰ ਲਈਏ, ਨਰਮੇ ਦੇ ਉੱਤੇ ਤੇ ਗੱਲ ਕਰ ਲਈਏ। ਸਰ, ਇਹੀ ਲੋਕ ਕਹਿ ਰਹੇ ਨੇ, ਇਹੀ ਕਿਸਾਨ ਕਹਿੰਦੇ ਨੇ ਕਿ ਤੁਸੀਂ ਐਮਐਸਪੀ ਦੇ ਉੱਤੇ ਅੱਜ ਗੱਲ ਨਹੀਂ ਕਰ ਰਹੇ, ਪਰ ਕਿਵੇਂ ਖਰੀਦ ਹੋਏਗੀ, ਇਹ ਕਿਵੇਂ ਤੁਸੀਂ ਅਸ਼ੋਰ ਕਰੋਗੇ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ, ਮੇਰੇ ਕੋ ਪੈਨਲਿਸਟਾਂ ਨੂੰ ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਿਹਾ, ਔਰ ਸਾਰੇ ਕਿਸਾਨ ਵੀਰਾਂ ਦਾ ਵੀ ਮੈਂ ਬਹੁਤ ਆਦਰ ਕਰਦਾ, ਬਹੁਤ ਸਾਰੇ ਦੇਸ਼ ਨੂੰ ਮਾਣ ਹੈ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਪੈਰਾਂ ਥੱਲੇ ਸੱਪਾਂ ਦੇ ਸਿਰ ਮਿੱਧ ਕੇ ਇਹਨਾਂ ਨੇ ਜਿਹੜੀ ਹੈਗੀ ਹੈ ਉਹ ਅੰਨਦਾਤਾ ਬਣੇ ਨੇ, ਔਰ ਦੇਸ਼ ਨੂੰ ਜਿਹੜਾ ਹੈਗਾ ਅੰਨ ਪ੍ਰੋਵਾਈਡ ਕੀਤਾ, ਔਰ ਇੰਨਾ ਕੰਨ ਹੋ ਗਿਆ ਕਿ ਹੁਣ ਸਾਡੇ ਕੋਲੇ ਸਰਪਲਸ ਵੀ ਹੈਗਾ, ਜਿਸ ਕਰਕੇ ਅਸੀਂ 80 ਕਰੋੜ ਬੰਦਿਆਂ ਨੂੰ ਕਰੋਨਾ ਦੇ ਟਾਈਮ ਦੇ ਵਿੱਚ ਵੀ ਭਾਰਤ ਸਰਕਾਰ ਜਿਹੜੀ ਹੈਗੀ ਹੈ ਉਹ ਰਾਸ਼ਨ ਦੇ ਰਹੀ ਹੈ ਮੁਫਤ। ਸੋ ਇਹ ਤਾਂ ਹੀ ਸੰਭਵ ਹੋ ਸਕਿਆ ਕਿ ਸਾਡੇ ਇਹਦੀ ਜਿਹੜੀ ਪ੍ਰੋਡਿਊਸ ਹੈਗੀ ਹੈ ਉਸ ਕਰਕੇ। ਦੂਸਰੀ ਗੱਲ ਮੈਂ ਇਹ ਕਹਿਣਾ ਹੈ ਕਿ ਜਦੋਂ ਸਾਡੇ 225 ਜਿਵੇਂ ਅਮਨ ਅਰੋੜਾ ਜੀ ਨੇ ਕਿਹਾ ਕਿ ਐਮਪੀ ਬੈਠੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਪਾਰਲੀਮੈਂਟ ਦੇ ਵਿੱਚ, ਔਰ ਜਿਹੜੇ ਆਰਡੀਨੈਂਸ ਨੇ ਇਹਨਾਂ ਦੀ ਲਾਈਫ 6 ਮਹੀਨੇ ਹੁੰਦੀ ਹੈ ਵੱਧ ਤੋਂ ਵੱਧ। ਉਸ ਤੋਂ ਬਾਅਦ ਇਹ ਜਿਹੜੇ ਆਰਡੀਨੈਂਸ ਨੇ ਲਾਅ ਤਾਂ ਬਣਦੇ ਨੇ ਜੇ ਪਾਰਲੀਮੈਂਟ ਇਹਨਾਂ ਨੂੰ ਪਾਸ ਕਰੇਗੀ, ਔਰ ਪਾਰਲੀਮੈਂਟ ਦੇ ਵਿੱਚ ਜਿਹੜੀ ਡਿਬੇਟ ਕੋਈ ਮਾੜੀ ਮੋਟੀ ਰਹੇਗੀ ਉਹ ਡਿਬੇਟ ਹੋ ਜਾਣੀ ਹੈ, ਡੈਫੀਨਿਟਲੀ ਹੋਏਗੀ, ਔਰ ਜਿੰਨੀਆਂ ਪਾਰਟੀਆਂ ਨੇ ਸਾਰਿਆਂ ਨੂੰ ਆਪਣੇ ਜਿਹੜੇ ਅਮੈਂਡਮੈਂਟਸ ਨੇ ਉਹ ਭੇਜਣੀਆਂ ਚਾਹੀਦੀਆਂ ਨੇ, ਆਪਣੇ ਸੁਝਾਅ ਭੇਜਣੇ ਚਾਹੀਦੇ ਨੇ, ਔਰ ਡਿਬੇਟ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ। ਇਹ ਨਾ ਹੋਵੇ ਕਿ ਜਿਵੇਂ ਰਾਹੁਲ ਗਾਂਧੀ ਜੀ ਟਵੀਟ ਕਰਕੇ ਸਾਰੀਆਂ ਗੱਲਾਂ ਕਰਦੇ ਆ, ਜਿਹੜੀ ਵੀ ਕੋਈ ਮੀਟਿੰਗ ਹੁੰਦੀ ਆ ਉਹ ਕੋਈ ਮੀਟਿੰਗ ਨਹੀਂ ਅਟੈਂਡ ਕਰਦੇ। जी स्वर्ण जी, मेरी जेकर बात माफी चाहना ਤੁਹਾਨੂੰ ਵਿਚਾਲੇ ਰੋਕ ਰਹੇ ਹਾਂ। ਦੇਖੋ, ਸਾਰੀਆਂ ਚੀਜ਼ਾਂ ਹੈਗੀਆਂ, ਮੈਂ ਸ਼ੁਰੂਆਤ 'ਚ ਕਿਹਾ ਸੀ ਕਿ ਬਿਆਨਬਾਜ਼ੀਆਂ ਤੋਂ ਅੱਗੇ ਨਹੀਂ ਵਧਦੇ ਆਪਾਂ, ਹਮੇਸ਼ਾ ਗੱਲਬਾਤ ਹੁੰਦੀ ਹੈ, ਉਸ ਤੋਂ ਅੱਗੇ ਦੀ ਕਦੇ ਗੱਲ ਨਹੀਂ ਹੁੰਦੀ ਹੈ। ਪਰ ਸਵਾਲ ਤਾਂ ਅੱਜ ਇਹੀ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਮੱਕੀ ਦੀ ਫਸਲ ਦਾ ਹਾਲ ਦੇਖੋ, ਤੁਸੀਂ ਨਰਮੇ ਦੀ ਫਸਲ ਦਾ ਦੇਖੋ, ਬਠਿੰਡੇ ਜਾ ਕੇ ਕੀ ਹਾਲ ਹੁੰਦਾ ਹੈ, ਪੂਰੀਆਂ ਮੰਡੀਆਂ ਦੇ ਵਿੱਚ ਕੀ ਹਾਲ ਹੁੰਦਾ ਹੈ, ਕਿ ਤੁਸੀਂ ਐਮਐਸਪੀ ਤੈਅ ਕੀਤਾ ਹੋਏਗਾ, ਇੱਕ ਰੇਟ ਤੈਅ ਕੀਤਾ ਹੋਏਗਾ, ਪਰ ਖਰੀਦਦਾਰੀ ਹੁੰਦੀ ਹੈ ਬਹੁਤ ਘੱਟ, ਤੇ ਜਦੋਂ ਕਿਸਾਨਾਂ ਦੀ ਫਸਲ ਵਿਕ ਜਾਂਦੀ ਹੈ ਫਿਰ ਉਹੀ ਚੀਜ਼ ਮਾਰਕੀਟ ਦੇ ਵਿੱਚ ਦੁੱਗਣੇ ਭਾਅ ਤੇ ਅਵੇਲੇਬਲ ਹੁੰਦੀ ਹੈ। ਇਹ ਤਾਂ ਬਹੁਤ ਵੱਡੀ ਦਿੱਕਤ ਹੈ ਨਾ ਸਰ, ਤੁਹਾਨੂੰ ਵੀ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਵੋਗੇ। ਮੈਂ ਇਸੇ ਚੀਜ਼ ਤੇ ਆਣਾ ਹੈ ਕਿ ਜਿਹੜੀਆਂ ਚੀਜ਼ਾਂ ਦੇਖੋ ਐਮਐਸਪੀ ਤੋਂ ਥੱਲੇ ਤਾਂ ਜਿੰਨੀਆਂ ਕ੍ਰੌਪਸ ਹੈਗੀਆਂ ਨੇ, ਜਿਹੜਾ ਵੀ ਕੋਈ ਮਾਰਕੀਟ ਕਮੇਟੀ ਚ ਲਿਆਏਗਾ ਉਦੋਂ ਥੱਲੇ ਨਹੀਂ ਵਿਕੇਗੀ। ਇਹ ਇੱਕ ਮੈਂਡੇਟ ਹੈਗਾ ਹਰੇਕ ਏਪੀਐਮਸੀ ਦੇ ਥੱਲੇ ਹਰੇਕ ਮਾਰਕੀਟ ਕਮੇਟੀ ਨੂੰ, ਉਹਨਾਂ ਨੂੰ ਉਹ ਚੁੱਕਣੀ ਪੈਣੀ, ਔਰ ਚੁੱਕੀ ਵੀ ਜਾਂਦੀ ਹੈ। ਅਸੀਂ ਗੱਲ ਕੀ ਕਰਦੇ ਹਾਂ ਕਿ ਜਦੋਂ ਬਾਹਰਲੀਆਂ ਏਜੰਸੀਆਂ ਜਾਂ ਹੋਰ ਜਿਹੜੇ ਕੰਜ਼ਿਊਮਰ ਹੈਗੇ ਨੇ ਬੈਟਰ ਪ੍ਰਾਈਸ ਦਿੰਦੇ ਨੇ, ਉਦੋਂ ਜਿਹੜੀ ਗਵਰਨਮੈਂਟ ਹੈ ਉਹ ਵਿਡਰਾਅ ਕਰਦੀ ਹੈ। ਜਿਹੜੀ ਗੱਲ ਆਪਾਂ ਕਹਿ ਰਹੇ ਕਿ ਜਿਹੜੀਆਂ ਚੀਜ਼ਾਂ ਪੈਰਿਸ਼ੇਬਲ ਹੈਗੀਆਂ ਨੇ ਉਹਨਾਂ ਦੀ ਸਾਡੇ ਕੋਲ 45% ਤੱਕ ਵੇਸਟੇਜ ਹੁੰਦੀ ਹੈ, ਔਰ ਉਹਨਾਂ ਦਾ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਬਹੁਤ ਜ਼ੋਰ ਦੇ ਨਾਲ ਕਿ ਹਰ ਸਿਸਟਮ ਜਿਹੜਾ ਹੈਗਾ ਉਹ ਕੱਲੀ ਪ੍ਰੋਕਿਉਰਮੈਂਟ ਨਾਲ ਹੀ ਨਹੀਂ ਲਿੰਕ, ਉਹਦੀ ਕੰਜ਼ੰਪਸ਼ਨ ਦੇ ਨਾਲ, ਲੋਕਾਂ ਤੱਕ ਪਹੁੰਚਾਉਣ ਦੇ ਨਾਲ, ਔਰ ਉਹਦਾ ਰੈਮੂਨਰੇਸ਼ਨ ਜਿਹੜਾ ਹੈਗਾ ਉਹਨੂੰ ਪੂਰਾ ਕਰਨ ਦੇ ਨਾਲ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਕਿ ਮੈਂ ਐਮਡੀ ਮਾਰਕੀਟ ਸੀਗਾ, ਔਰ ਸਾਡੇ ਕੋਲੇ 5 ਤੋਂ 6 ਕ੍ਰੌਪਸ ਜਿਹੜੀਆਂ ਪਈਆਂ ਸੀਗੀਆਂ ਕਣਕ ਦੀਆਂ, ਔਰ ਉਹ ਸੜੀਆਂ ਹੋਈਆਂ ਸੀਗੀਆਂ ਕਿਉਂਕਿ ਉਹਦੀ ਲਾਈਫ ਹੈਗੀ ਹੈ ਸ਼ੈਲਫ ਲਾਈਫ, ਉਹ ਓਪਨ ਦੇ ਵਿੱਚ ਜ਼ਿਆਦਾ ਨਹੀਂ ਰਹਿ ਸਕਦੀ। ਉਦੋਂ ਦੀ ਸਰਕਾਰ ਨੇ ਉਹ ਸਾਰੀ 26 ਲੱਖ ਟਨ ਕਣਕ ਮੈਂ ਐਮਡੀ ਮਾਰਕੀਟ ਦੇ ਤੌਰ ਤੇ ਐਕਸਪੋਰਟ ਕੀਤੀ ਐਜ਼ ਏ ਕੈਟਲ ਫੀਡ, ਔਰ ਉਹਦਾ ਸਾਰਾ ਜਿਹੜਾ ਹਰਜਾਨਾ ਹੈਗਾ ਉਹ ਗਵਰਨਮੈਂਟ ਮੀਡੀਆ ਨੇ ਚੱਕਿਆ। ਅਸੀਂ ਕਿਉਂ ਨਹੀਂ ਸੋਚਦੇ? ਅਸੀਂ ਇਹ ਸੋਚਦੇ ਹਾਂ ਵੀ ਸ਼ਾਇਦ ਕੋਈ ਬਾਹਰਲੀ ਸਰਕਾਰ ਆ ਕੇ ਕਾਨੂੰਨ ਬਣਾ ਰਹੀ ਹੈ। ਇਹ ਕਾਨੂੰਨ ਬਣ ਰਿਹਾ ਹੈਗਾ ਉਹ ਬਿਹਤਰੀ ਵਾਸਤੇ ਬਣ ਰਿਹਾ, ਔਰ ਇਸ ਤੋਂ ਜ਼ਿਆਦਾ ਨੁਮਾਇੰਦਗੀ ਵਾਲੀ ਸਰਕਾਰ, ਇਸ ਤੋਂ ਜ਼ਿਆਦਾ ਭਰੋਸੇ ਵਾਲੀ ਸਰਕਾਰ, ਔਰ ਇਸ ਤੋਂ ਜੋ ਕਹਿੰਦੀ ਹੈ ਉਹ ਕਰਨ ਵਾਲੀ ਸਰਕਾਰ ਅਜੇ ਤੱਕ ਹਿੰਦੁਸਤਾਨ ਨੂੰ ਨਹੀਂ ਮਿਲੀ। ਆਉਂਗਾ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਲਿਆ। ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਸਰ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਜਿਹੜਾ ਤੁਸੀਂ ਪੁਆਇੰਟ ਕਿਹਾ ਨਾ ਸਰ ਕਿ 26 ਲੱਖ ਟਨ ਉੱਥੇ ਕਣਕ ਪਈ ਸੀ ਜਾਂ ਉੱਥੇ ਉਹ ਖਰਾਬ ਹੋ ਗਈ, ਸਾਨੂੰ ਫਿਰ ਉਹ ਜਾਨਵਰਾਂ ਦੇ ਲਈ ਜੋ ਕੈਟਲਸ ਦੇ ਲਈ ਹੀ ਵਰਤਣੀ ਪਈ, ਐਕਸਪੋਰਟ ਕਰਨੀ ਪਈ। ਮੈਂ ਤੁਹਾਡੇ ਕੋਲ ਆਉਂਗਾ। ਰਾਜੇਵਾਲ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੁਣ ਤੁਹਾਡੇ ਤੱਕ?
ਰਾਜੇਵਾਲ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ठीक है, राजेवाल साहब तक आवाज नहीं जा रही। डॉक्टर साहब एक छोटा जिहा रिएक्शन ਤੁਹਾਡਾ, ਉਸ ਤੋਂ ਬਾਅਦ ਮੈਂ ਬ੍ਰੇਕ ਲੈਣੀ ਹੈ। ਡਾਕਟਰ ਅਮਰ ਸਿੰਘ ਜੀ, ਮੈਂ ਕਹਿਣਾ ਚਾਹੁੰਦਾ ਸੀ ਕਿ ਮੇਰੇ ਦੋਸਤ ਜਿਹੜੇ ਬੋਲ ਰਹੇ ਸੀ, ਦੇਖੋ ਇਹ ਹੈਗਾ ਕਿ ਆਪਾਂ ਪ੍ਰੋਕਿਉਰਮੈਂਟ ਕਰਦੇ ਆ 2-3 ਕੰਮਾਂ ਲਈ। ਐਮਐਸਪੀ ਦੇ ਕਿਉਂ ਕਰਦੇ ਆ, ਕਿਉਂ ਖਰੀਦਦਾਰੀ ਹੁੰਦੀ ਆ ਕਿ ਕਿਸਾਨ ਨੂੰ ਵਾਜਿਬ ਭਾਅ ਮਿਲ ਜੇ, ਉਹਨੂੰ ਘਾਟਾ ਨਾ ਪਵੇ, ਔਰ ਅੱਗੇ ਆਪਾਂ ਜਿਹੜਾ ਗਰੀਬ ਗੁਰਬਾ ਕੰਜ਼ਿਊਮਰ ਆਦਮੀ ਆ ਉਹਨੂੰ ਰੀਜ਼ਨੇਬਲ ਜਾਂ ਸਸਤਾ ਕਰਕੇ ਸਰਕਾਰਾਂ ਕਰ ਦੇਣ। ਇਹ 1964-65 ਤੋਂ ਇਹ ਕੰਮ ਚੱਲ ਰਿਹਾ ਜਦੋਂ FCI ਬਣਾਈ ਸੀ, ਔਰ ਹਰ ਸਰਕਾਰ ਨੇ ਇਹ ਕੰਮ ਕੀਤਾ ਹੈਗਾ। ਇਹ ਅਗਰ ਸਰਪਲਸ ਹੁਣ ਹੋ ਗਿਆ, ਇਹ 12-13 ਚ ਵੀ ਸਰਪਲਸ ਸੀ, ਪਹਿਲਾਂ ਵੀ ਕਦੇ ਸਰਪਲਸ ਹੋਇਆ ਸੀ। ਇਹਦੇ 2 ਤਰੀਕੇ ਆ, ਜਾਂ ਤਾਂ ਭਾਈ ਐਕਸਪੋਰਟ ਕਰ ਦਿਓ ਇਹਨੂੰ, ਜਾਂ ਤੁਸੀਂ ਸਸਤਾ ਕਰਕੇ ਗਰੀਬਾਂ ਨੂੰ ਦੇ ਦਿਓ, ਜਾਂ ਇੰਡਸਟਰੀ ਨੂੰ ਕਹੋ ਭਾਈ ਇਹਨੂੰ ਚੱਕ ਲਓ। ਇਹਦਾ ਮਤਲਬ ਇਹ ਥੋੜੀ ਹੈ ਕਿ ਆਪਾਂ MSP ਸਿਸਟਮ ਖਤਮ ਕਰ ਦੇਣਾ, ਜਾਂ ਸਰਕਾਰਾਂ ਦੀਆਂ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਪਾਵਰਾਂ ਨੇ APFMC ਉਹ ਖਤਮ ਕਰ ਦੇਣੀਆਂ। ਇਹਨਾਂ ਦੇ ਤਾਂ ਆਰਡੀਨੈਂਸ 'ਚ ਇਹ ਲਿਖਿਆ ਕਿ ਹੁਣ ਸਟੇਟ ਗਵਰਨਮੈਂਟ ਕੋਈ ਉਹਨਾਂ ਦੀ ਪਾਵਰ ਨਹੀਂ ਰਹੇਗੀ, ਉਹ ਕੁਝ ਨਹੀਂ ਕਰ ਸਕਦੇ। ਮੇਰੇ ਸਾਹਮਣੇ ਐਕਟ ਪਏ ਆ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਇਹ ਤੇ ਕਰ ਕੀ ਰਹੇ ਆ, ਇਹ ਤੇ ਡਿਕਟੇਟਰਸ਼ਿਪ ਹੈ ਕਿ ਜੋ ਮਰਜ਼ੀ ਲਿਖਦੇ ਹੋ, ਕਿਉਂਕਿ ਮੈਜੋਰਿਟੀ ਆ, ਪਾਸ ਹੋ ਜਾਣਾ ਹੈਗਾ। ਲੇਕਿਨ ਇਸ ਮੁਲਕ ਦਾ ਕਿਸਾਨ ਇਹ ਗੱਲ ਬਰਦਾਸ਼ਤ ਨਹੀਂ ਕਰੂਗਾ, ਔਰ ਪੰਜਾਬ ਦਾ ਕਿਸਾਨ ਬਿਲਕੁਲ ਬਰਦਾਸ਼ਤ। ਠੀਕ ਹੈ, ठीक है सर, मैं ਤੁਹਾਡੇ ਕੋਲ ਵਾਪਸ ਆਉਂਗਾ। ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਵਾਕਈ ਜੇਕਰ ਇੰਨੀ ਕਣਕ ਹੈ ਜਾਂ ਜੇ ਸਾਡੇ ਕੋਲ ਅੰਨ ਦਾ ਭੰਡਾਰ ਇੰਨਾ ਜ਼ਿਆਦਾ ਹੈ ਕਿ ਉਸ ਨੂੰ ਕੰਜ਼ਿਊਮ ਕਰਨ ਦਾ ਕੋਈ ਤਰੀਕਾ ਨਹੀਂ ਬਣਾ ਸਕੇ ਅਸੀਂ। ਠੀਕ ਹੈ ਕਿ ਅਸੀਂ ਭੰਡਾਰ ਕਰਦੇ ਰਹੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਮੈਂ ਵਾਪਸ ਆਵਾਂਗਾ, ਰਾਜੇਵਾਲ ਸਾਹਿਬ ਦਾ ਰੁਕ ਕਰਾਂਗਾ। ਜੋ ਮੇਰੀ ਟੀਮ ਨੇ ਮੈਨੂੰ ਦੱਸਿਆ ਕਿ ਉਹਨਾਂ ਤੱਕ ਆਵਾਜ਼ ਪਹੁੰਚ ਰਹੀ ਹੈ, ਪਰ ਥੋੜਾ ਜਿਹਾ ਡਿਲੇ ਉਹਨਾਂ ਕੋਲ ਆਵਾਜ਼ ਪਹੁੰਚ ਰਹੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਰੈਕਟੀਫਾਈ ਕਰ ਸਕੀਏ। ਮੈਂ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਬਹੁਤ ਅਹਿਮ ਚਰਚਾ ਹੈ, ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਜਿਹੜਾ ਤੁਸੀਂ ਆਟਾ ਖਾ ਰਹੇ ਹੋ, ਜਿਹੜੀ ਰੋਟੀ ਤੁਸੀਂ ਖਾ ਰਹੇ ਹੋ, ਉਹੀ ਕਣਕ ਪ੍ਰੋਡਿਊਸ ਕਰਦਾ ਇਹ ਕਿਸਾਨ, ਤਾਂ ਕਿ ਇਹਨਾਂ ਦੇ ਹੱਕ ਦੇ ਉੱਤੇ ਗੱਲਬਾਤ ਨਾ ਹੋਵੇ, ਕਿ ਇਹਨਾਂ ਦੇ ਹੱਕਾਂ ਦੇ ਉੱਤੇ ਕੋਈ ਡਾਕਾ ਤਾਂ ਨਹੀਂ ਮਾਰਿਆ ਜਾ ਰਿਹਾ, ਜੋ ਵਿਰੋਧੀ ਇਲਜ਼ਾਮ ਜਾਂ ਕਿਸਾਨ ਜੋ ਇਸ ਸਮੇਂ ਕਹਿ ਰਹੇ ਨੇ। ਇਸ ਦੇ ਉੱਤੇ ਗੱਲਬਾਤ ਜਾਰੀ ਰਹੇਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਿਸਾਨਾਂ ਦੇ ਮੁੱਦੇ ਤੇ ਕਰ ਰਹੇ ਹਾਂ, ਕਿਉਂਕਿ ਕਿਸਾਨ ਸੜਕਾਂ ਤੇ ਨੇ, ਲਗਾਤਾਰ ਸੜਕਾਂ ਦੇ ਉੱਤੇ ਉਤਰ ਰਹੇ ਨੇ। ਆਰਡੀਨੈਂਸਾਂ ਦੇ ਖਿਲਾਫ ਵਿਰੋਧੀਆਂ ਦਾ ਸਾਥ ਵੀ ਮਿਲ ਰਿਹਾ ਹੈ, ਤੇ ਸਵਾਲ ਇਸ ਦੇ ਨਾਲ ਹੀ ਜੁੜਿਆ ਹੋਇਆ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਪੁੱਛ ਰਹੇ ਹਾਂ। ਸਵਾਲ ਹੈ ਸਾਡਾ ਅੱਜ ਦਾ ਕਿ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਖਦਸ਼ੇ ਕੀ ਜਾਇਜ਼ ਨੇ, ਕਿ ਖਦਸ਼ੇ ਜੋ ਜਤਾਏ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਆਰਡੀਨੈਂਸ ਨੂੰ ਲੈ ਕੇ, MSP ਨੂੰ ਲੈ ਕੇ, ਫਸਲਾਂ ਦੀ ਖਰੀਦ ਨੂੰ ਲੈ ਕੇ, ਕਿ ਉਹ ਜਾਇਜ਼ ਨੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ, ਤਾਂ ਭੇਜੋ ਆਪਣਾ ਜਵਾਬ News 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ, ਕੋਈ ਜਾਇਜ਼ ਨਹੀਂ ਨੇ, ਤਾਂ ਭੇਜੋ ਇਸ ਨੂੰ News 18 ਸਪੇਸ ਦੇ ਕੇ PHH ਸਪੇਸ ਦੇ ਕੇ N ਲਿਖ ਕੇ 56677 ਤੇ ਤੁਸੀਂ ਮੈਸੇਜ ਕਰਨਾ ਹੈ। ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੀ ਰਾਏ ਸਭ ਦੇ ਨਾਲ ਸਾਂਝੀ ਕਰਾਂਗੇ ਕਿ ਸਾਡੇ ਦਰਸ਼ਕ ਕੀ ਇਸ ਸਮੇਂ ਸੋਚ ਰਹੇ ਨੇ ਇਸ ਪੂਰੇ ਮੁੱਦੇ ਦੇ ਉੱਤੇ ਜੋ ਆਰਡੀਨੈਂਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ। घर मेरा भी है, परिवार मेरा भी है। सवाल साडे अपने भी पुछदे ने, पर असीं रिस्क चुकदे हां तुहाडे लई। ਅਸੀਂ ਆ ਬਾਹਰ ਤਾਂ ਕਿ ਤੁਸੀਂ ਅੰਦਰ ਬੈਠੋ। कोरोना दी सही जानकारी हासिल करो। ਤਾਂ ਫਿਰ ਤੁਸੀਂ ਕਿਉਂ ਨਿਕਲ ਰਹੇ ਹੋ ਬਾਹਰ? घर विच रहो ते कोरोना के खिलाफ लड़न च देश दी मदद करो, क्योंकि जान है ते जहान है। ਤੁਸੀਂ ਮੋਗਾ ਵਿੱਚ ਹੋਮ ਆਈਸੋਲੇਟ ਕੀਤੇ ਗਏ 15 अप्रैल तक अखबार हुआ ठप, आउटडोर हुआ बेकार, टीवी ही दे रहा है विज्ञापन को तेज रफ्तार। करोड़ों दर्शकों तक न्यूज 18 पहुंचाएगा आपका ऐड। न्यूज 18 की टीम दमदार बनाएगी आपका ऐड शानदार। जल्दी कीजिए, कहीं छूट ना जाए ये सुनहरा मौका। हमें मेल करके उठा लीजिए बड़ा फायदा।
ये स्पेशल ऑफर है अगले 15 दिनों तक। साथ ही मिलेगा हमारी वेबसाइट पर प्रमोशन। आज ही मेल करें sales@nw18.com पर। न्यूज 18 इंडिया, आपका पसंदीदा नेशनल न्यूज चैनल। देखिए डीडी फ्री डिश पर बिग मैजिक और 9XM चैनल के बीच कोरोना की हर खबर देखते रहिए न्यूज 18 इंडिया पर। भैया राम राम नमस्कार। कुछ बता रहे हैं, कुछ चेता रहे हैं। आपने लॉकडाउन के दौरान देखा कि हम क्या कर रहे हैं। कोरोना काल में लोग एक दूसरे को समझा रहे हैं। बड़े बड़े लोग वीडियो बना रहे हैं। आप गाना जानते हैं तो गाइए या फिर अपना हुनर दिखाइए। वीडियो बनाइए और हम तक पहुंचाइए और घर बैठे बनिए स्टार। न्यूज 18 इंडिया, आपका पसंदीदा नेशनल न्यूज। ब्रेक तो बाद एक बार फिर तो ਤੁਹਾਡਾ ਸਵਾਗਤ ਹੈ। ਕਿਸਾਨਾਂ ਦੇ ਮੁੱਦੇ ਉੱਤੇ, ਆਰਡੀਨੈਂਸ ਦੇ ਮੁੱਦੇ ਦੇ ਉੱਤੇ ਅਸੀਂ ਅੱਜ ਕੱਲ ਬਾਤ ਕਰ ਰਹੇ ਹਾਂ ਕਿ ਆਰਡੀਨੈਂਸ ਨੂੰ ਲੈ ਕੇ ਖੱਜੇ ਕੀ ਨੇ, ਕਿਉਂ ਨੇ ਤੇ ਆਖਿਰ ਇਸ ਦਾ ਹੱਲ ਕੀ ਹੈ ਕਿ ਕੇਂਦਰ ਸਰਕਾਰ ਸੁਣੇਗੀ ਜਾਂ ਖੱਜਿਆਂ ਨੂੰ ਦੂਰ ਕਰੇਗੀ ਜੋ ਕਿਸਾਨਾਂ ਵੱਲੋਂ ਜਾਂ ਵਿਰੋਧੀਆਂ ਦੇ ਵੱਲੋਂ ਜਤਾਏ ਜਾ ਰਹੇ ਨੇ। ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਇੱਕ ਸਵਾਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਪੁੱਛਦੇ ਹਾਂ, ਤੁਸੀਂ ਆਪਣੀ ਰਾਏ ਉਸ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ। ਪ੍ਰੋਗਰਾਮ ਦੇ ਆਖਿਰ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਸਿੱਧਾ ਰੁਕ ਕਰਦੇ ਹਾਂ ਅਸੀਂ। ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਜੀ ਨੇ, ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅੱਜ ਦੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ। ਰਾਜੇਵਾਲ ਸਾਹਿਬ, ਹੁਣ ਸਵਾਲ ਮੈਂ ਤੁਹਾਡੇ ਤੋਂ ਜੋ ਮੈਂ ਸ਼ੁਰੂਆਤ ਦੇ ਵਿੱਚ ਪੁੱਛਿਆ ਸੀ ਕਿ ਭਰੋਸਾ ਕਿਉਂ ਨਹੀਂ ਹੈ, ਕਿਉਂਕਿ ਸਰਕਾਰਾਂ ਦਾਅਵੇ ਕਰ ਰਹੀਆਂ ਨੇ। ਬੀਜੇਪੀ ਦੇ ਨੁਮਾਇੰਦੇ ਸਾਡੇ ਨਾਲ ਹੁਣ ਵੀ ਬੈਠੇ ਨੇ, ਉਮੀਦ ਹੈ ਕਿ ਤੁਹਾਡੇ ਕੋਲ ਉਹਨਾਂ ਦੀ ਆਵਾਜ਼ ਪਹੁੰਚੀ ਹੋਏਗੀ। ਉਹ ਤਰਕ ਦੇ ਰਹੇ ਨੇ ਕਿ ਕੋਈ ਡਰਨ ਵਾਲੀ ਜਾਂ ਕੋਈ ਚਿੰਤਾ ਕਰਨ ਵਾਲੀ ਜ਼ਰੂਰਤ ਨਹੀਂ ਹੈ। ਬੀਜੇਪੀ ਲਗਾਤਾਰ, ਸਰਕਾਰ ਦੇ ਨੁਮਾਇੰਦੇ ਲਗਾਤਾਰ ਕਹਿ ਰਹੇ ਨੇ, ਪਰ ਕਿਸਾਨਾਂ ਨੂੰ, ਤੁਹਾਨੂੰ ਭਰੋਸਾ ਕਿਉਂ ਨਹੀਂ ਸਰਕਾਰ ਤੇ? गौरव जी, मैं सब तो पहला तो थोड़ा धन्यवादी है। तुसी कुछ पढ़ लिख के गल करने वाले पैनलिस्ट डॉक्टर अमर सिंह ते अमन अरोड़ा वर्गे रखे ने जिहड़े डिबेट च कोई ਚੱਜ ਦੀ गल करनगे, मैं उम्मीद करदा। बाकी जितों तक बीजेपी का सवाल है, ये तो हुण हर आदमी कहण लग पिया भी ये जुमलियां दी पार्टी है, झूठ बोलना इन्हां दा मुढ़ला काम है। हुण मैं इहदी पिछोकड़ च जावांगा। जिहड़े ऑर्डीनेंस एक दिन विच नहीं होए, मोदी वन वेले शांता कुमार कमेटी बनी, उस कमेटी ने अपनी रिपोर्ट च कहा एफसीआई नूं डिसबैंड कर दिओ। हुण एफसीआई नूं डिसबैंड करन दा मतलब है भी प्रोक्योरमेंट बंद, स्टोरेज बंद, पीडीएस वास्ते डिस्ट्रीब्यूशन बंद। फिर ਉਹਦੇ ਬਾਅਦ ਜਦੋਂ ਪਿਛਲੇ 2 ਸਾਲ ਤੋਂ ਸੀਏਸੀਪੀ ਜਿਹੜਾ ਸਾਡੇ ਭਾਅ ਮਿਥ ਦਾ ਸਿਫਾਰਿਸ਼ ਕਰਦਾ ਹੈ, ਉਹਨੇ ਆਪਣੀ ਹਰ ਰਿਪੋਰਟ ਦੇ ਵਿੱਚ ਲਿਖਿਆ ਵੀ ਸਾਡੇ ਕੋਲ ਜਿਹੜਾ ਕਣਕ ਔਰ ਚਾਵਲ ਦਾ ਸਟਾਕ ਹੈ ਬਹੁਤ ਜ਼ਿਆਦਾ ਪਿਆ। ਸਰਕਾਰ ਦਾ ਕੰਮ ਵਪਾਰ ਕਰਨਾ ਨਹੀਂ, ਸਾਨੂੰ ਇਹ ਬਹੁਤ ਵੱਡੇ ਪੈਸੇ ਦੀ ਲੋੜ ਪੈਂਦੀ ਹੈ। ਇਹਦੀ ਖਰੀਦ ਲਈ, ਉਹਦੀ ਸੰਭਾਲ ਲਈ, ਸਟੋਰੇਜ ਤੇ ਬਹੁਤ ਖਰਚ ਆਉਂਦਾ ਹੈ, ਉਹਦੀ ਟਰਾਂਸਪੋਰਟੇਸ਼ਨ ਤੇ ਖਰਚ ਆਉਂਦਾ ਹੈ ਤੇ ਇਹਦੇ ਵਿੱਚੋਂ ਸਰਕਾਰ ਨੂੰ ਨਿਕਲਣਾ ਚਾਹੀਦਾ ਹੈ। ਇੱਕ ਵਾਰੀ ਉਹਨਾਂ ਨੇ ਕਿਹਾ ਵੀ ਸਾਨੂੰ ਪ੍ਰਾਈਵੇਟ ਪਲੇਅਰਸ ਨੂੰ 1 ਜਾਂ 2% ਟੈਕਸਿਸ ਤੇ ਐਨਕਰੇਜ ਕਰਨਾ ਚਾਹੀਦਾ, ਕਿਉਂਕਿ ਪੰਜਾਬ 'ਚੋਂ 8.5% ਟੈਕਸਿਸ ਦੇਣੇ ਪੈਂਦੇ ਨੇ ਤੇ ਹਰਿਆਣੇ ਦੇ ਵਿੱਚ ਸਾਨੂੰ 6.5% ਟੈਕਸਿਸ ਦੇਣੇ ਪੈਂਦੇ ਨੇ। ਹੁਣ ਇਹ ਸਾਰੀ ਸਥਿਤੀ ਨੂੰ ਜਦੋਂ ਤੁਸੀਂ ਪੜ੍ਹੋ, ਆਰਡੀਨੈਂਸ ਨੂੰ ਪੜ੍ਹੋ, ਆਰਡੀਨੈਂਸ ਆਪਣੇ ਆਪ ਬੋਲਦਾ ਹੈ ਵੀ ਉਹਦੀ ਜਿਹੜੀ ਲੈਂਗੁਏਜ ਹੈ ਉਹ ਇਸ ਤਰ੍ਹਾਂ ਜਿਵੇਂ ਕਿਸੇ ਕਾਰਪੋਰੇਟ ਹਾਊਸ ਦੇ ਸੀਈਓ ਨੇ ਲਿਖੀ ਹੋਵੇ, ਸਰਕਾਰ ਵੱਲੋਂ ਲਿਖੀ ਹੋਈ ਇੱਕ ਸ਼ਬਦ ਨਹੀਂ ਉਹਦੇ ਵਿੱਚ ਨਜ਼ਰ ਆਉਂਦਾ। ਹੁਣ ਜਦੋਂ ਇਹਨੂੰ ਇੰਪਲੀਮੈਂਟ ਕਰਨਗੇ, ਮੈਂ ਬੜੀ ਸਪਸ਼ਟ ਮੈਂ ਪ੍ਰੈਕਟੀਕਲ ਗੱਲ ਕਰਦਾ। ਇੱਕ ਤਾਂ ਏਪੀਐਮਸੀ ਮਾਰਕੀਟ ਹੋਏਗੀ, ਇੱਕ ਇਸ ਆਰਡੀਨੈਂਸ ਦੇ ਤਹਿਤ ਬਣੀ ਹੋਈ ਮਾਰਕੀਟ ਹੋਏਗੀ। 2 ਮੰਡੀਆਂ ਹੋਣਗੀਆਂ, ਇੱਕ ਮੰਡੀ ਵਿੱਚ 8.5% ਟੈਕਸਿਸ ਹੋਣਗੇ, ਇੱਕ ਮੰਡੀ ਟੋਟਲ ਟੈਕਸ ਫ੍ਰੀ ਹੋਏਗੀ ਤੇ ਇੱਕ ਮੰਡੀ ਦੇ ਵਿੱਚ ਸਾਰੇ ਕੋਈ ਸਰਕਾਰ ਦੇ ਇੱਕ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਜ਼ਿੰਮੇਵਾਰੀ ਨਾਲ ਵੈਰੀਫਿਕੇਸ਼ਨ ਤੋਂ ਬਾਅਦ ਲਾਇਸੈਂਸ ਲੈ ਕੇ ਕੰਮ ਕਰਨ ਵਾਲੇ ਬੈਠੇ ਆੜਤੀ ਹੋਣਗੇ, ਵਪਾਰੀ ਹੋਣਗੇ। ਇਹ ਜਿਹੜੀ ਇਹਨਾਂ ਨੇ ਮੰਡੀ ਬਣਾਈ ਉਹਦੇ ਵਿੱਚ ਕੋਈ ਲਾਇਸੈਂਸ ਨਹੀਂ, ਸਿਰਫ ਇੱਕ ਆਧਾਰ ਕਾਰਡ ਜਾਂ ਤੁਸੀਂ ਉਹਦੇ ਤੇ ਪੈਨ ਕਾਰਡ ਦੇ ਉੱਤੇ ਖਰੀਦ ਕਰ ਸਕਦੇ ਹੋ। ਤੇ ਜੇ ਕੋਈ 2 ਪਿੰਡਾਂ ਦੀ ਕਣਕ ਫਰਜ਼ ਕਰ ਲਓ, ਪ੍ਰੈਕਟੀਕਲੀ ਦੇਖੀਏ ਖਰੀਦ ਕੇ ਭੱਜ ਜਾਏ
ਤਾਂ ਕਿਸਾਨ ਨੂੰ ਕੋਈ ਅਧਿਕਾਰ ਨਹੀਂ, ਕਿਸੇ ਕੋਰਟ 'ਚ ਉਹਦੇ ਖਿਲਾਫ ਜਾ ਨਹੀਂ ਸਕਦਾ। ਤੁਸੀਂ ਐਸਡੀਐਮ ਨੂੰ ਅਪਰੋਚ ਕਰੋਗੇ, ਐਸਡੀਐਮ ਜਿਹੜਾ ਇੱਕ ਰੀਕਨਸੀਲੀਏਸ਼ਨ ਬੋਰਡ ਬਣਾਏਗਾ, ਉਹ ਅੱਜ ਕਾਂਗਰਸ ਦੀ ਹਕੂਮਤ ਆ, ਕਾਂਗਰਸੀਆਂ ਦਾ ਬਣ ਜੂ, ਅਕਾਲੀਆਂ ਵੇਲੇ ਅਕਾਲੀਆਂ ਦਾ ਬਣ ਜੂ, ਉਹ ਆਪਣੀ ਇਹਦੇ ਵਿੱਚ ਪੋਲਿਟਿਕਸ ਆ ਜਾਏਗੀ। ਇਹ ਤੋਂ ਵੀ ਅਗਲੀ ਗੱਲ ਜਿਹੜੀ ਖਦਸ਼ਾ ਜਿਸ ਚੀਜ਼ ਦਾ ਹੈਗਾ, ਜਿਹੜੀ ਬਾਹਰਲੀ ਮੰਡੀ ਆ ਉਹਨਾਂ ਨੂੰ ਟੈਕਸਿਸ 'ਚੋਂ ਛੋਟ ਦਿੱਤੀ। ਜਿਵੇਂ ਅੱਜ ਦੇ ਭਾਅ ਦੀ ਗੱਲ ਕਰਾਂ, ਕਣਕ ਦੇ ਵਿੱਚ 164 ਰੁਪਏ ਪਰ ਕੁਇੰਟਲ ਟੈਕਸਿਸ ਦੀ ਬਚਤ ਇਹਨਾਂ ਨੂੰ ਬਾਹਰ ਬੈਠਿਆਂ ਨੂੰ ਹੋ ਗਈ। ਜਿਹੜੇ ਅੰਦਰ ਨੇ ਉਹਨਾਂ ਨੂੰ 164 ਰੁਪਏ ਟੈਕਸ ਦੇਣਾ ਪਏਗਾ। ਜਦੋਂ ਪਰਚੇਜ਼ ਹੋਏਗੀ ਤਾਂ ਇੱਕ ਗੱਲ ਪੱਕੀ ਹੁੰਦੀ ਹੈ, ਜਿਹੜਾ ਬਾਹਰਲਾ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਨੇ, ਕਾਰਪੋਰੇਟ ਹਾਊਸਿਸ ਨੇ, ਇਹ ਹਮੇਸ਼ਾ ਇੰਟਰਨੈਸ਼ਨਲ ਲੈਵਲ ਤੇ ਫਿਨੋਮੀਨਾ ਹੈ। ਉਹ ਆਪਣੇ ਕੰਪੀਟੀਟਰ ਨੂੰ ਸਭ ਤੋਂ ਪਹਿਲਾਂ ਮਾਰਦੇ ਆ, ਉਹਨੂੰ ਭਜਾਉਂਦੇ ਆ ਵੀ ਫਿਰ ਸਾਡੀ ਲੁੱਟਣ ਵਾਸਤੇ, ਲੋਕਾਂ ਨੂੰ ਐਕਸਪਲੋਇਟ ਕਰਨ ਵਾਸਤੇ ਉਹਨਾਂ ਦੇ ਰਸਤੇ 'ਚ ਕੋਈ ਰੋੜਾ ਨਾ ਹੋਵੇ। ਹੁਣ ਉਹਨਾਂ ਦਾ ਤੇ ਇਹਦੇ ਲਈ ਬਜਟ ਹੁੰਦਾ ਹੈ ਆਪਣੇ ਕੰਪੀਟੀਟਰ ਨੂੰ ਭਜਾਉਣ ਦਾ, ਪਰ ਸਰਕਾਰ ਨੇ ਆਪਣੇ ਕੋਲ 164 ਰੁਪਏ ਉਹਨਾਂ ਨੂੰ ਦੇ ਦਿੱਤੇ। ਉਹ ਸਾਨੂੰ 64 ਰੁਪਏ ਹੋਰ ਵੱਧ ਆਫਰ ਕਰਨਗੇ। ਕਿਸਾਨ ਜਿਹੜੇ ਨੇ ਉਹਨਾਂ ਕੋਲ ਜਾਣਗੇ, ਜਿਹੜੇ ਮੰਡੀ ਦੇ ਅੰਦਰ APMC ਮੰਡੀ ਦਾ ਜਿਹੜਾ ਹੁਣ ਹੈਗਾ ਏਰੀਆ, ਪਹਿਲਾਂ ਸੀ 200-300 ਪਿੰਡ ਉਹਦੇ ਨਾਲ ਨੋਟੀਫਾਈਡ ਏਰੀਆ ਦੇ ਵਿੱਚ ਹੁੰਦੇ ਸੀ। ਹੁਣ ਉਹਦਾ ਜਿਹੜਾ 4 ਦੀਵਾਰੀ ਉਹਦਾ ਯਾਰਡ ਦੀ ਉਹਨਾਂ ਹੀ ਏਰੀਆ ਰਹਿ ਗਿਆ, ਉਹ ਤੇ ਬਾਹਰ ਹੋ ਗਈ ਨਵੇਂ ਆਰਡੀਨੈਂਸ ਵਾਲੀ ਮੰਡੀ। ਤੇ ਜਦੋਂ ਉਹ ਖਰੀਦੇਗਾ, ਉਹ 64 ਰੁਪਏ ਦਾ ਲਾਲਚ ਦੇਗਾ, ਕਿਸਾਨ ਉੱਥੇ ਜਾਣਗੇ। ਜਿਹੜੇ ਅੰਦਰ ਬੈਠੇ ਨੇ ਉਹ 6 ਮਹੀਨੇ, ਸਾਲ, 2 ਸਾਲ, ਵੱਧ ਤੋਂ ਵੱਧ 3 ਸਾਲ ਬੈਠਣਗੇ। ਜਦ ਉਹਨਾਂ ਦੇ ਕੋਲ ਮਾਲ ਨਹੀਂ ਜਾਏਗਾ, ਉਹ ਸਫਾ ਬਲੇਟ ਕੇ ਚਲੇ ਜਾਣਗੇ। ਉਹਦੇ ਬਾਅਦ ਜਿਹੜਾ ਬਾਹਰ ਬੈਠਾ ਕਾਰਪੋਰੇਟ ਹਾਊਸ ਹੈ, ਉਹ ਕਿਸਾਨ ਨੂੰ ਐਕਸਪਲੋਇਟ ਕਰੇਗਾ। ਇਹ ਸਾਰੀ ਦੁਨੀਆ 'ਚ ਹੋਇਆ। ਇਹ ਅਸਲ ਵਿੱਚ ਅਮਰੀਕਾ ਔਰ ਡਿਵੈਲਪ ਕੰਟਰੀਜ਼ ਦਾ ਫੇਲ ਹੋਇਆ ਮਾਡਲ ਮੋਦੀ ਸਰਕਾਰ ਨੇ ਇੱਥੇ ਲਾਗੂ ਕੀਤਾ ਹੈ। ਔਰ ਮੋਦੀ ਸਰਕਾਰ ਦੀ ਮਨਸ਼ਾ ਪਹਿਲੇ ਦਿਨ ਤੋਂ ਕਲੀਅਰ ਨਹੀਂ, ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ। ਠੀਕ ਹੈ, ਮੈਂ ਰਾਜੇਵਾਲ ਸਾਹਿਬ ਇੱਕ ਹੋਰ ਚੀਜ਼ ਤੁਹਾਡੇ ਤੋਂ ਸਮਝਣੀ ਚਾਹੁੰਦਾ। ਦੇਖੋ, ਬਹੁਤ ਸਾਰੀਆਂ ਟੈਕਨੀਕਲਿਟੀਜ਼ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਹੋਣਗੀਆਂ, ਆਮ ਕਿਸਾਨਾਂ ਨੂੰ ਸ਼ਾਇਦ ਨਾ ਪਤਾ ਲੱਗਣ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿਉਂਕਿ ਬਹੁਤ ਸਿੰਪਲ ਜਿਹਾ, ਕਈ ਲੋਕਾਂ ਦੇ ਨਾਲ ਮੇਰੀ ਗੱਲ ਹੋਈ ਤੇ ਉਹ ਇਹ ਕਹਿ ਰਹੇ ਸੀ ਕਿ ਇਸ ਦੇ ਨਾਲ ਫਾਇਦਾ ਵੀ ਹੋ ਸਕਦਾ ਕਿ ਜੇਕਰ ਹੁਣ ਇੱਕ ਖਰੀਦਦਾਰ ਹੈ ਤਾਂ ਇਹ ਰੇਟ ਦੇ ਰਿਹਾ ਹੈ, ਜੇ ਇੱਕੋ ਚੀਜ਼ ਦੇ 10 ਖਰੀਦਦਾਰ ਹੋ ਜਾਣਗੇ ਤਾਂ ਫਿਰ ਉਹ ਕੰਪੀਟੀਸ਼ਨ ਹੋਏਗਾ। ਕੇਂਦਰ ਦਾ ਵੀ ਇਹੀ ਤਰਕ ਹੈ ਕਿ ਜਿਹੜੀ ਮੁਕਾਬਲੇਬਾਜ਼ੀ ਵਧੇਗੀ ਮਾਰਕੀਟ ਦੇ ਵਿੱਚ, ਉਸ ਦਾ ਫਾਇਦਾ ਕਿਸਾਨ ਨੂੰ ਹੋ ਸਕਦਾ ਹੈ। ਦੇਖੋ, ਇੱਕ ਸਿੰਪਲ ਜਿਹਾ ਰੂਲ ਤਾਂ ਹੁੰਦਾ ਹੈ ਕਿ ਇੱਕ ਚੀਜ਼ ਹੈ, ਉਸਦੇ ਖਰੀਦਦਾਰ 10 ਨੇ ਤਾਂ ਉਹਦਾ ਰੇਟ ਤਾਂ ਵਧਣਾ ਹੀ ਵਧਣਾ ਹੈ। ਕਿ ਤੁਹਾਨੂੰ ਨਹੀਂ ਲੱਗਦਾ ਕਿ ਉਸ ਤਰੀਕੇ ਨਾਲ ਸਰਕਾਰ ਜੋ ਤਰਕ ਦੇ ਰਹੀ ਹੈ ਉਹ ਸ਼ਾਇਦ ਕਿਸਾਨਾਂ ਨੂੰ ਫਾਇਦਾ ਵੀ ਦੇ ਜਾਏ? ਨਹੀਂ ਗੌਰਵ ਜੀ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਰਕਾਰ ਤਾਂ ਇਹ ਕਹਿੰਦੀ ਵੀ ਅਸੀਂ ਮੰਡੀ, ਅਸੀਂ ਬੜਾ ਵੱਡਾ ਮਾਰਕੇ ਦਾ ਕੰਮ ਕੀਤਾ, ਅਸੀਂ ਸਾਰੇ ਦੇਸ਼ ਦੀ ਇੱਕ ਮੰਡੀ ਦੇਤੀ। ਅਸੀਂ ਐਜੀਟੇਸ਼ਨ ਲੜੀ 1974 ਵਿੱਚ ਜ਼ੋਨਲ ਰਿਸਟ੍ਰਿਕਸ਼ਨਸ ਦੇ ਖਿਲਾਫ, ਤੇ ਫਿਰ ਇੱਕ ਹਾਈ ਕੋਰਟ 'ਚ ਰਿਟ ਪਾਈ 1976, ਸਾਡੇ ਹੱਕ 'ਚ ਫੈਸਲਾ ਹੋ ਗਿਆ। ਮੁੜ ਕੇ ਦੇਸ਼ 'ਚ ਕਿਤੇ ਵੇਚਣ ਤੇ ਪਾਬੰਦੀ ਹੋਈ ਨਹੀਂ। ਔਰ 1977 ਪਾਰਲੀਮੈਂਟ ਦਾ ਪਹਿਲਾ ਰੈਜ਼ੋਲੂਸ਼ਨ ਹੈ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਵੀ ਸਾਰੇ ਦੇਸ਼ ਦਾ ਇੱਕ ਜ਼ੋਨ ਹੋਊ। ਇਹ ਤਾਂ ਐਡਾ ਵੱਡਾ ਝੂਠ ਬੋਲਦੇ ਨੇ। ਇਸੇ ਤਰ੍ਹਾਂ ਜੇ ਜਿਹੜਾ ਸਾਡਾ APMC ਐਕਟ ਆਲਰੇਡੀ, ਉਹਦੇ ਵਿੱਚ ਕਿਸੇ ਨੂੰ ਮਨਾਹੀ ਨਹੀਂ ਵੀ ਉਹਨੇ ਖਰੀਦ ਸਕਦਾ। ਕਿਸੇ ਨੇ ਮਾਲ ਖਰੀਦਣਾ ਉੱਥੋਂ ਆ ਕੇ ਖਰੀਦ ਲੈ। ਇਹਨਾਂ ਨੇ ਬਾਹਰ ਅੰਦਰਲੀ ਮਾਰਕੀਟ ਨੂੰ ਫੇਰ ਕਰਨ ਵਾਸਤੇ ਉਹਨੂੰ ਟੈਕਸ ਫ੍ਰੀ ਮਾਰਕੀਟ ਕਰਤਾ, ਜਿੱਥੇ ਸਟੇਟ ਨੂੰ ਕੋਈ ਅਧਿਕਾਰ ਨਹੀਂ ਉਹਦੇ ਵਿੱਚ ਇੰਟਰਫੇਅਰ ਕਰਨ ਦਾ, ਸਟੇਟ ਨੂੰ ਕੋਈ ਅਧਿਕਾਰ ਨਹੀਂ ਉਹਨਾਂ ਤੇ ਕੋਈ ਟੈਕਸ ਲਾਉਣ ਦਾ, ਲੇਵੀ ਲਾਉਣ ਦਾ। ਉਹ ਜਿਹੜੇ ਬਾਹਰ ਬੈਠੇ ਬੰਦੇ ਨੇ ਉਹਨਾਂ ਦਾ ਕੋਈ ਰਿਕਾਰਡ ਰੱਖਣ ਦੀ ਲੋੜ ਨਹੀਂ। ਉਹਨਾਂ ਦਾ ਰਿਕਾਰਡ ਕੋਈ ਹੋਣਾ, ਖਰੀਦ ਕੇ ਕਿਤੇ ਭੱਜ ਜਾਏ ਤਾਂ ਅਸੀਂ ਤੁਰੇ ਫਿਰਾਂਗੇ ਪੈਸੇ ਲੈਣ ਨੂੰ। ਔਰ ਇਹ ਤੋਂ ਵੀ ਅਗਲੀ ਗੱਲ, ਜੇ ਤੁਸੀਂ ਇਹਨੂੰ ਹੋਰ ਦੇਖੋ, ਜਦੋਂ ਉਹਦਾ ਕੰਪੀਟੀਟਰ ਖਤਮ ਹੋਇਆ, ਹੁੰਦਾ ਹੀ ਇਹੀ ਆ ਸਾਰੀ ਦੁਨੀਆ ਵਿੱਚ, ਉਹਦੇ ਬਾਅਦ ਫਿਰ ਇਹਨਾਂ ਨੇ ਆਪਣੇ ਕਜੀ ਨਾਪਣਾ। ਔਰ ਇਹ ਬੜਾ ਪੱਕਾ 101% ਪੱਕਾ ਹੈ। ਮੇਰੇ ਨਾਲ BJP ਦੀਆਂ ਟੀਮਾਂ ਆ ਕੇ ਡਿਸਕਸ ਕਰ ਗਈਆਂ ਔਰ ਉਹਨਾਂ ਕੋਲ ਕੋਈ ਜਵਾਬ ਨਹੀਂ। ਅਕਾਲੀ ਦਲ ਦੇ ਲੀਡਰਸ ਨੇ ਮੇਰੇ ਨਾਲ ਡਿਸਕਸ ਕਰ ਲਿਆ, ਉਹਨਾਂ ਕੋਲ ਕੋਈ ਜਵਾਬ ਨਹੀਂ। ਇਹ ਅਸਲ ਵਿੱਚ ਜਦੋਂ ਪਾਰਟੀ ਲੈਵਲ ਤੇ ਬੈਠ ਕੇ ਆਪਾਂ ਡਿਬੇਟ 'ਚ ਬਹਿਨੇ ਆ, ਇਹ ਮਜਬੂਰੀ ਹੁੰਦੀ ਹੈ ਇਹਨਾਂ ਨੇ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ। ਜਿਹੜੀ ਗਰਾਊਂਡ ਰਿਐਲਿਟੀਜ਼ ਨੇ ਜਾਂ ਜਿਹੜਾ ਕਾਨੂੰਨ 'ਚ ਜੋ ਕੁਝ ਲਿਖਿਆ ਉਹਦੀ ਇਹ ਗੱਲ ਨਹੀਂ ਕਰਨਗੇ। ਠੀਕ ਹੈ, ਮੈਂ ਰਾਜੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਵਾਂਗਾ। ਉਮੀਦ ਹੈ ਕਿ ਜਿਵੇਂ ਤੁਸੀਂ ਤਫਸੀਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਕਿਸਾਨ ਸਮਝਣਾ ਚਾਹੁੰਦੇ ਹੋਣਗੇ, ਆਮ ਲੋਕ ਸਮਝਣਾ ਚਾਹੁੰਦੇ ਹੋਣਗੇ, ਉਹਨਾਂ ਨੂੰ ਬਹੁਤ ਕੁਝ ਚੀਜ਼ਾਂ ਸਮਝ ਆਈਆਂ ਹੋਣਗੀਆਂ। ਮੈਂ ਅਰੋੜਾ ਜੀ ਕੋਲ ਜਾਵਾਂ ਉਸ ਤੋਂ ਪਹਿਲਾਂ ਮੈਂ ਇੱਕ BJP ਦਾ ਰਿਐਕਸ਼ਨ ਇੱਥੇ ਜ਼ਰੂਰ ਲੈਣਾ। ਚੰਨੀ ਸਾਹਿਬ, ਕੋਈ ਜਵਾਬ ਹੈ ਰਾਜੇਵਾਲ ਜੀ ਦੇ ਸਵਾਲਾਂ ਦਾ? ਦੇਖੋ, ਓਪਨ ਮੰਡੀ ਕਰਕੇ ਤੁਸੀਂ ਜਿਹੜੀ ਮੌਜੂਦਾ ਮੰਡੀ ਆ ਉਹ ਖਤਮ ਹੋਏਗੀ, ਉੱਥੇ ਵੀ ਲੋਕ ਵਿਹਲੇ ਹੋ ਜਾਣਗੇ, ਉਹਨਾਂ ਦੇ ਵੀ ਰੋਜ਼ਗਾਰ ਦੇ ਉੱਤੇ ਤਲਵਾਰ ਲਟਕ ਜਾਏਗੀ। ਫਿਰ ਉਸ ਤੋਂ ਬਾਅਦ ਜੇਕਰ ਕੋਈ ਵਿਵਾਦ ਹੁੰਦਾ, ਜੋ ਬਹੁਤ ਅਹਿਮ ਪੁਆਇੰਟ ਹੈ, ਕੋਈ ਵਿਵਾਦ ਹੁੰਦਾ ਵਪਾਰੀ ਤੇ ਕਿਸਾਨ ਦੇ ਵਿੱਚ, ਤੁਸੀਂ ਉਸ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ DC ਤੋਂ ਉੱਪਰ ਜਾ ਕੇ ਕੋਈ ਅਪੀਲ ਨਹੀਂ, ਤੁਸੀਂ ਕੋਰਟ ਜਾ ਨਹੀਂ ਸਕਦੇ, ਉਹ ਸਿਆਸਤ ਤੋਂ ਪ੍ਰਭਾਵਿਤ ਹੋ ਸਕਦਾ, ਇਹ ਵੀ ਇਲਜ਼ਾਮ ਲੱਗਦੇ ਨੇ। ਕੀ ਜਵਾਬ ਹੈ ਸਰ ਇਸ ਦਾ? ਨਾ ਬਹੁਤ ਸਾਰੇ ਤਰਕ ਤੁਸੀਂ ਵੀ ਦੇ ਰਹੇ ਹੋ, ਇਸ ਦਾ ਕੀ ਜਵਾਬ ਹੈ ਤੁਹਾਡੇ ਕੋਲ? ਚੰਨੀ ਜੀ।
ਗੌਰਵ ਜੀ, ਇੱਕ ਤਾਂ ਮੈਂ ਮਾਫੀ ਚਾਹੁੰਦਾ ਕਿ ਮੈਨੂੰ ਨਾ ਰਾਜੇਵਾਲ ਸਾਹਿਬ ਦੀ ਗੱਲ ਨਹੀਂ ਸੁਣੀ, ਬਹੁਤ ਹੀ ਰੁਕ ਕੇ ਆਵਾਜ਼ ਆਉਂਦੀ ਸੀਗੀ। तो जेडे मैं थोड़ा एक्सप्लेन कर दूं, थोड़ा जल्दी जल्दी जिक्र दे सकूं। जी जी बिल्कुल, ਜਿਹੜੀਆਂ ਮੈਂ ਚੀਜ਼ਾਂ ਕਹੀਆਂ ਸੀ ਸਰ ਉਹੀ ਕਹਿ ਰਹੇ ਨੇ, ਮੈਂ ਉਹਨਾਂ ਦੇ ਹੀ ਕੁਝ ਸ਼ਬਦਾਂ ਨੂੰ ਤੁਹਾਡੇ ਤੱਕ ਪਹੁੰਚਾਇਆ। ਹਾਂਜੀ, ਕਾਈਂਡਲੀ ਰਿਪੀਟ, ਦੱਸੋਗੇ ਮੈਨੂੰ ਕੀ ਕਿਹਾ ਇਹਨਾਂ ਨੇ? ਚੰਨੀ ਜੀ, ਮੈਂ ਇਹੀ ਜਾਣਨਾ ਚਾਹੁੰਦਾ ਕਿ ਇੱਕ ਤਾਂ ਵਿਵਾਦ ਹੋਇਆ ਤਾਂ ਤੁਸੀਂ ਡੀਸੀ ਤੋਂ ਉੱਪਰ, ਜ਼ਿਲ੍ਹਾ ਅਧਿਕਾਰੀ ਤੋਂ ਉੱਤੇ ਨਹੀਂ ਜਾ ਸਕਦੇ, ਕੋਰਟ ਨਹੀਂ ਜਾ ਸਕਦੇ, ਇਸ ਦਾ ਵੀ ਜ਼ਿਕਰ ਹੈ। ਤੇ ਦੂਜੇ ਪਾਸੇ ਕਿ ਜੇਕਰ ਓਪਨ ਮੰਡੀ ਹੋਏਗੀ ਤੇ ਦੂਜੇ ਪਾਸੇ ਜਿਹੜਾ ਮੌਜੂਦਾ ਸਿਸਟਮ ਉਹ ਪੂਰਾ ਕੋਲੈਪਸ ਕਰ ਜਾਏਗਾ। ਦੇਖੋ ਜਿਹੜੀ ਮੈਂ ਥੋੜਾ ਜਿਹਾ ਬੈਕਗਰਾਉਂਡ ਥੋੜਾ ਲੈ ਕੇ ਜਾਊਂਗਾ ਕਿ ਅਸੀਂ ਕਹਿੰਦੇ ਆ ਕਿ ਅਸੀਂ ਇੰਟਰਨੈਸ਼ਨਲ ਜਿਹੜੇ ਇੰਟਰਨੈਸ਼ਨਲ ਲੈਵਲ ਤੱਕ ਅਸੀਂ ਜਾਣਾ ਚਾਹੁੰਦੇ ਹਾਂ, ਔਰ ਉਹਦੇ ਵਿੱਚ ਅਸੀਂ ਇੱਕ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀ ਆਮਦਨ ਆ ਉਹ ਵੀ ਅਸੀਂ ਦੁੱਗਣੀ ਕਰਨਾ ਚਾਹੁੰਦੇ। ਇਹ ਉਦੇਸ਼ ਵੀ ਹੈ ਬੀਜੇਪੀ ਗਵਰਨਮੈਂਟ ਦਾ। ਤੇ ਤੁਸੀਂ ਇਹ ਦੇਖੋ ਵੀ ਜਦੋਂ ਅਸੀਂ ਆਲੂ ਵੇਚਦੇ ਹਾਂ 2 ਰੁਪਏ ਕਿਲੋ ਵਿਕਦੇ ਆ, ਜਦੋਂ ਅਸੀਂ ਉਹਦੇ ਚਿਪਸ ਲੈਂਦੇ ਆ ਉਹ 200 ਰੁਪਏ ਕਿਲੋ ਵਿਕਦੇ ਆ। ਜਿਹੜੀ ਕੱਲੀ ਸਰਕਾਰ ਕਿਸੇ ਵੀ ਮੁਲਕ ਦੇ ਵਿੱਚ ਕਦੇ ਵੀ, ਮੈਂ ਤਾਂ ਬਾਹਰ ਵੀ ਤੁਸੀਂ ਵੀ ਦੇਖਿਆ ਹੋਣਾ, ਹਰੇਕ ਫਾਰਮਰ ਦਾ ਆਪਣਾ ਵੇਅਰ ਹਾਊਸ ਹੈ, ਆਪਣਾ ਗ੍ਰੀਨ ਹਾਊਸ ਹੈ, ਆਪਣੇ ਉਹਨਾਂ ਦੇ ਪ੍ਰੋਸੈਸਿੰਗ ਯੂਨਿਟ ਵੀ ਹੈਗੇ ਨੇ, ਛੋਟੇ ਛੋਟੇ ਵੀ ਵੱਡੇ ਵੀ। ਜਿੰਨੀ ਦੇਰ ਅਸੀਂ ਪ੍ਰਾਈਵੇਟ ਸੈਕਟਰ ਨੂੰ ਇਨਵੋਲਵ ਨਹੀਂ ਕਰਾਂਗੇ, ਜਿੰਨੀ ਦੇਰ ਇਨਵੈਸਟਮੈਂਟ ਨਹੀਂ ਆਏਗੀ, ਚਾਹੇ ਸਾਡੇ ਮੁਲਕ ਚੋਂ ਆਵੇ ਚਾਹੇ ਬਾਹਰੋਂ ਆਵੇ, ਉਨੀ ਦੇਰ ਅਸੀਂ ਇਹਦੀ ਜਿਹੜੀ ਦੇਖੋ ਜਿੰਨੀ ਐਗਰੀਕਲਚਰ ਪ੍ਰੋਡਿਊਸ ਟੋਟਲ ਦੀ ਟੋਟਲ ਸਾਰੀ ਪੈਰਿਸ਼ੇਬਲ ਉਹਦੀ ਲਾਈਫ ਹੈ। ਔਰ ਜੇ ਅਸੀਂ ਉਹਨੂੰ ਰੱਖਦੇ ਹਾਂ ਬਿਨਾਂ ਬਿਯੋਂਡ ਏ ਪੁਆਇੰਟ, ਤਾਂ ਉਹਦੀ ਜਿਹੜੀ ਕੈਰਿੰਗ ਕਾਸਟ ਹੈਗੀ ਹੈ ਉਹ ਇੰਨੀ ਕੁ ਵੱਧ ਜਾਂਦੀ ਹੈ ਕਿ ਉਹ ਮਾਰਕੀਟ ਦੇ ਵਿੱਚ ਟੋਟਲੀ ਅਨਵਾਇਬਲ ਹੋ ਜਾਂਦੀ ਹੈ। ਉਹ ਨਾ ਬਾਹਰ ਕਿਸੇ ਐਕਸਪੋਰਟ ਹੋ ਸਕਦੀ ਹੈ, ਨਾ ਕੋਈ ਲੋਕਲ ਜਿਹੜਾ ਹੈਗਾ ਉਹਨੂੰ ਕੋਈ ਖਰੀਦਦਾ ਹੈ। ਔਰ ਉਸ ਤੋਂ ਬਾਅਦ ਫਿਰ ਸਾਡੀ ਨਵੀਂ ਫਸਲ ਆ ਜਾਂਦੀ ਹੈ। ਕੋਈ ਚੀਜ਼ ਲੈ ਲਓ ਤੁਸੀਂ, ਜੇ ਅਸੀਂ ਇਸ ਗੱਲ ਨੂੰ, ਜੇ ਸਾਡੇ ਵੇਅਰ ਹਾਊਸ ਨਹੀਂ ਹੋਣਗੇ, ਪ੍ਰੋਸੈਸਿੰਗ ਨਹੀਂ ਹੋਏਗੀ, ਸਾਡੇ ਕੋਲ ਇਨਵੈਸਟਮੈਂਟ ਨਹੀਂ ਹੋਏਗੀ, ਤਾਂ ਅਸੀਂ ਉਹਨੂੰ ਟਾਈਮਲੀ ਉਹਨੂੰ ਕੰਜ਼ਿਊਮ ਨਹੀਂ ਕਰਾਂਗੇ, ਟਾਈਮਲੀ ਉਹਨੂੰ ਐਕਸਪੋਰਟ ਨਹੀਂ ਕਰਾਂਗੇ, ਔਰ ਆਪਣੇ ਵਧੀਆ ਪ੍ਰੋਡਕਟ ਬਣਾ ਕੇ ਆਪਣੇ ਲੋਕਾਂ ਵਿੱਚ ਅਸੀਂ ਆਪਣੀ ਜਨਤਾ ਨੂੰ ਨਹੀਂ ਦੇਵਾਂਗੇ, ਤੇ ਇਹਦੇ ਵਿੱਚ ਮੈਨੂੰ ਕੋਈ ਮਾੜੀ ਗੱਲ ਨਹੀਂ ਲੱਗਦੀ। ਔਰ ਜੇ ਤਰਕ ਨਾਲ ਬੜੇ ਵਧੀਆ ਲੱਗ ਰਹੇ ਕਿ 2 ਰੁਪਏ ਕਿਲੋ ਵਾਲਾ ਆਲੂ, 200 ਰੁਪਏ ਕਿਲੋ ਚਿਪਸ। ਸਰ ਮੈਂ ਮਾਫੀ ਚਾਹੂੰਗਾ, ਪਰ ਨਾ ਦੇਖੋ ਲੋਕਾਂ ਨੂੰ ਬਹੁਤ ਪ੍ਰੈਕਟੀਕਲੀ ਬਹੁਤ ਸਿੱਧੀਆਂ ਚੀਜ਼ਾਂ ਸਮਝ ਆਉਂਦੀਆਂ ਨੇ ਕਿ ਇਹੀ ਲੋਕ ਜਾਣਨਾ ਚਾਹੁੰਦੇ ਨੇ ਕਿ ਇਸ ਸਮੇਂ ਜਿਹੜੇ ਤੁਸੀਂ ਤਰਕ ਦੇ ਰਹੇ ਹੋ, ਤੁਸੀਂ ਇਹ ਚਾਹੁੰਦੇ ਹੋ ਕਿ ਪ੍ਰਾਈਵੇਟ ਸੈਕਟਰਾਂ ਦੇ ਕੋਲ ਰਹੇ ਜੋ ਅੱਜ ਅੰਨ ਦੇ ਭੰਡਾਰ ਅਸੀਂ ਕਹਿੰਦੇ ਆ ਦੇਸ਼ ਦੀ ਸਰਕਾਰ ਕੋਲੋਂ ਨਾ ਹੋਣ। ਇਹ ਤਾਂ ਫਿਰ ਹੀ ਹੋਏਗਾ, ਫਿਰ ਕੌਣ ਇੰਸ਼ੋਰੈਂਸ ਦੇਗਾ, ਕੌਣ ਕਰੇਗਾ ਕਿ ਖਰੀਦ ਹੋਏਗੀ, ਕੰਪੀਟੀਟਰ ਖਤਮ ਹੋ ਜਾਣਗੇ। ਤੁਸੀਂ ਐਮਐਸਪੀ ਤੈਅ ਕਰ ਦਿੱਤਾ 2000 ਰੁਪਏ, ਨਹੀਂ ਤੁਸੀਂ 2000 ਰੁਪਏ ਐਮਐਸਪੀ ਤੈਅ ਕਰ ਦਿੱਤਾ, ਕੰਪੀਟੀਟਰ ਬਾਜ਼ਾਰ 'ਚ ਨਹੀਂ ਰਿਹਾ, ਉਸ ਤੋਂ ਬਾਅਦ 1500 ਰੁਪਏ ਚੀਜ਼ ਦੇਣ ਲੱਗੀ, ਕੌਣ ਜ਼ਿੰਮੇਵਾਰ ਹੋਏਗਾ? ਇੱਕ ਸੈਕਿੰਡ ਗੌਰਵ ਜੀ, ਇੱਕ ਸੈਕਿੰਡ ਗੌਰਵ ਜੀ, ਇਹ ਜਿਹੜੀ ਸਰਕਾਰ ਹੈਗੀ ਹੈ 2014 ਦੇ ਵਿੱਚ ਬਹੁਤ ਮੈਜੋਰਿਟੀ ਚ ਆਈ ਸੀ, 2019 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਮੈਜੋਰਿਟੀ ਦੇ ਵਿੱਚ ਆਈ ਹੈ। ਇਹ ਲੋਕਾਂ ਦੀ ਸਰਕਾਰ ਹੈ, ਗਰੀਬਾਂ ਦੀ ਸਰਕਾਰ ਹੈ, ਔਰ ਲੋਕਾਂ ਦੇ ਵਿੱਚੋਂ ਨਿਕਲ ਕੇ ਆਈ ਹੈ। ਇਹ ਕੋਈ ਮਹਿਲਾ ਦੀ ਸਰਕਾਰ ਨਹੀਂ, ਇਹ ਕੋਈ ਮਤਲਬ ਕੋਈ ਬਾਹਰੋਂ ਆਏ ਬੰਦਿਆਂ ਦੀ ਸਰਕਾਰ ਨਹੀਂ ਹੈਗੀ। ਔਰ ਇਸੇ ਸਰਕਾਰ ਦੇ ਵਾਪਸ ਲੋਕਾਂ ਜਾਣਾ ਜਦੋਂ ਰਿਟਾਇਰ ਹੋਏ ਹੋ ਤੁਸੀਂ ਆਪ ਜ਼ਿਕਰ ਕੀਤਾ ਸੀ ਸਰ, ਮੈਨੂੰ ਨਹੀਂ ਲੱਗ ਰਿਹਾ ਤੁਸੀਂ ਹੋਮਵਰਕ ਕੀਤਾ ਹੋਇਆ ਇਸ ਪੂਰੇ ਇਸ਼ੂ ਦੇ ਉੱਤੇ। ਅਰੋੜਾ ਜੀ ਕੁਝ ਕਹਿਣਾ ਚਾਹ ਰਹੇ ਨੇ? ਅਰੋੜਾ ਜੀ ਮੈਂ ਆ ਰਿਹਾ ਰਾਜੇਵਾਲ ਸਾਹਿਬ ਤੁਹਾਡੇ ਕੋਲ ਆ ਰਿਹਾ। ਦੇਖੋ ਮੈਨੂੰ ਅਰੋੜਾ ਜੀ ਕੁਝ ਕਹਿਣਾ ਚਾਹ ਰਹੇ ਨੇ। ਦੇਖੋ ਇਸ ਤਰ੍ਹਾਂ ਹੈ ਕਿ ਚਲੋ ਚੰਨੀ ਸਾਹਿਬ ਨੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ ਸੋਹਣੀਆਂ ਗੱਲਾਂ ਕੀਤੀਆਂ, ਪਰ ਉਹ ਸਾਰੀਆਂ ਦੀ ਸਾਰੀਆਂ ਇੰਪ੍ਰੈਕਟੀਕਲ ਨੇ। ਅੱਜ ਜਿੱਥੇ 85% ਕਿਸਾਨ ਹੈ ਜਿਹੜਾ ਜਿਹਦੀ ਲੈਂਡ ਹੋਲਡਿੰਗ ਮੁਲਕ ਦੇ ਵਿੱਚ 5 ਏਕੜ ਨਾਲੋਂ ਘੱਟ ਹੈ, ਤੇ ਆਪਾਂ ਕਿਵੇਂ ਇਹ ਸੋਚ ਸਕਦੇ ਹਾਂ ਕਿ ਉਹ ਆਪ ਪ੍ਰੋਸੈਸਿੰਗ ਯੂਨਿਟ ਵੀ ਲਗਾ ਲੇਗਾ, ਆਪ ਕੋਲਡ ਸਟੋਰ ਵੀ ਲਗਾ ਲੇਗਾ। ਜਿਹੜੀ ਹੁਣ ਇਹਨਾਂ ਸਪੋਜ਼ ਆਲੂਆਂ ਦੀ ਗੱਲ ਕੀਤੀ, ਅੱਜ ਵੀ ਆਲੂ ਕਿਸਾਨ ਉਗਾਉਂਦਾ ਹੈ, ਪਰ ਥੋੜੇ ਦਿਨਾਂ ਬਾਅਦ ਉਹਨੂੰ ਸੜਕਾਂ ਦੇ ਕਿਨਾਰੇ ਸਿੱਟਣਾ ਪੈ ਜਾਂਦਾ ਹੈ। ਕੌਣ ਰੋਕਦਾ ਸਰਕਾਰ ਨੂੰ ਤੇ ਇੰਡਸਟਰੀਆਂ ਨੂੰ ਕਿ ਉਹ ਚਿਪਸ ਦੀਆਂ ਫੈਕਟਰੀਆਂ ਨਾ ਲਾਉਣ? ਪਰ ਇਹਦੇ ਲਈ ਇਹ ਜਿਹੜੀ ਐਸ਼ੋਰਡ ਪਰਚੇਜ਼ ਖਤਮ ਕਰਨ ਦੀ ਦਾ ਕੋਈ ਲੌਜਿਕ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜੀ ਗੱਲ ਕਰਦੇ ਨੇ ਨਾ ਜੀ ਉਹ। ਔਰ ਇੱਕ ਗੱਲ ਹੋਰ ਹੈ, ਜੇ ਤੁਸੀਂ ਅੱਜ, ਮੈਂ ਤਾਂ ਸਿਰਫ ਇੱਕ ਗੱਲ ਕਹਿਣਾ ਕਿ ਤੁਸੀਂ ਸਰਕਾਰ ਇੱਕ ਕਾਨੂੰਨ ਲੈ ਕੇ ਆ ਰਹੀ ਹੈ, ਇੱਕ ਕਾਨੂੰਨ ਹੋਰ ਲਿਆਵੇ ਕਿ ਜੇ ਕੋਈ ਪ੍ਰਾਈਵੇਟ ਪਲੇਅਰ, ਕੋਈ ਕਾਰਪੋਰੇਟ ਕਿਸਾਨ ਦਾ ਐਮਐਸਪੀ ਨਾਲੋਂ ਵੱਧ ਪਰਚੇਜ਼ ਕਰਦਾ ਹੈ, ਜਿਹੜੇ ਖਰਚੇ ਜਿਵੇਂ ਰਾਜਸਵਾਲ ਸਾਹਿਬ ਨੇ ਗਿਣਾਇਆ, ਮੈਨੂੰ ਖੈਰ ਗੱਲ ਪੂਰੀ ਤਾਂ ਨਹੀਂ ਸੁਣੀ ਹੈਗੀ, ਜਿਹੜੇ ਖਰਚੇ ਉਹਨਾਂ ਨੂੰ ਆਲਰੇਡੀ ਐਡਵਾਂਟੇਜ ਦੇ ਚੁੱਕੇ, ਉਹਦੇ ਨਾਲ ਉਹਨੂੰ ਐਡ ਕਰਕੇ ਜੇ ਵੱਧ ਪਰਚੇਜ਼ ਕਰਦਾ ਹੈ ਤਾਂ ਕਿਸਾਨ ਉਹਨੂੰ ਵੇਚਦੇ ਨਹੀਂ। ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕੱਲਾ ਦਾਣਾ ਕਿਸਾਨ ਦਾ ਚੱਕਣ ਦੀ। ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ 2 ਸਾਲ ਬਾਅਦ ਤੁਸੀਂ ਉਹਨੂੰ ਕਾਰਪੋਰੇਟਾਂ ਦੇ ਸਹਾਰੇ ਛੱਡ ਦਿਓ। ਇਹ ਜਿਹੜਾ ਕੰਮ ਹੈ ਇਹ ਗਲਤ ਹੋਏਗਾ। ਸੋ ਇਸ ਕਰਕੇ
ਔਰ ਜਿਹੜੀ ਇਹਨਾਂ ਨੇ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕੀਤੀ, ਮੈਂ ਤੁਹਾਨੂੰ ਗੌਰਵ ਜੀ, ਮੈਂ ਗਡਕਰੀ ਸਾਹਿਬ ਦੀ ਇੱਕ ਸਟੇਟਮੈਂਟ ਯਾਦ ਕਰਾਉਂ, ਜਦੋਂ ਉਹਨਾਂ ਨੇ ਆ ਕੇ ਕਿਹਾ ਸੀਗਾ, ਉਹਨਾਂ ਨੇ ਇਹ ਕਿਹਾ ਸੀਗਾ ਕਿ ਭਾਰਤ ਦੀ ਜਿਹੜਾ ਕਣਕ ਤੇ ਚੌਲ ਹੈ ਉਹ ਇੰਟਰਨੈਸ਼ਨਲ ਪ੍ਰਾਈਸਿਸ ਨਾਲੋਂ ਆਲਰੇਡੀ 30-35% ਉਹ ਵੱਧ ਰੇਟ ਦੇ ਉੱਪਰ ਪਰਚੇਜ਼ ਕੀਤਾ ਜਾਂਦਾ ਹੈ। ਹੁਣ ਜਦੋਂ ਤੁਸੀਂ ਕਾਰਪੋਰੇਟਾਂ ਨੂੰ ਲੈ ਕੇ ਆ ਰਹੇ ਹੋ, ਕਾਰਪੋਰੇਟ ਉਹਦੀ ਆਉਣਗੇ ਜਦੋਂ ਉਹਨਾਂ ਨੂੰ ਇੰਟਰਨੈਸ਼ਨਲ ਪ੍ਰਾਈਸ 25-30% ਘੱਟ ਮਿਲੇਗਾ। ਇਹਦਾ ਮਤਲਬ ਕਿ ਜਿਹੜਾ ਅੱਜ 1900 ਜਾਂ 2000 ਕਣਕ ਔਰ ਚੌਲ ਮਿਲਦਾ ਹੈ, ਇਹਨੂੰ ਪਹਿਲਾਂ ਇਹ ਐਕਸਪਾਇਟ ਕਰਕੇ 900 ਜਾਂ 1000 ਰੁਪਏ ਤੇ ਲੈ ਕੇ ਆਉਣਗੇ ਤੇ ਫਿਰ ਕਾਰਪੋਰੇਟਸ ਨੇ ਜਿਹੜੇ ਉਹ ਆਪਦਾ ਪੈਸਾ, ਉਹਦਾ ਮਾਰਜਨ ਉਹਦੇ ਵਿੱਚੋਂ ਕੱਢਣਗੇ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਹਿ ਬੀਜੇਪੀ ਕੁਝ ਹੋਰ ਰਹੀ ਹੈ ਤੇ ਕਰਨ ਕੁਝ ਹੋਰ ਜਾ ਰਹੀ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਨਹੀਂ ਹੋਣੀ ਚਾਹੀਦੀ ਹੈਗੀ। ਔਰ ਇਹਨਾਂ ਨੇ, ਔਰ ਜਿਹੜੀ ਗੱਲ ਮੈਂ ਤੁਹਾਡੀ ਗੱਲ ਮੈਨੂੰ ਜਿਹੜੀ ਥੋੜੀ ਜਿਹੀ ਸੁਣੀ, ਤੁਸੀਂ ਗੱਲ ਕੀਤੀ ਕਿ ਜਦੋਂ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਹੋਏਗਾ ਉਦੋਂ ਕਿਸਾਨ ਨੂੰ ਵੱਧ ਬੈਨੀਫਿਟ ਹੋਊਗਾ। ਇਹ ਗੌਰਵ ਜੀ, ਡਿਮਾਂਡ ਐਂਡ ਸਪਲਾਈ ਦਾ ਪ੍ਰਿੰਸੀਪਲ ਇਹ ਕਹਿੰਦਾ ਇਹ ਉਦੋਂ ਪੋਸੀਬਲ ਹੈ ਜਦੋਂ ਡਿਮਾਂਡ ਵੱਧ ਹੋਵੇ ਤੇ ਸਪਲਾਈ ਘੱਟ ਹੋਵੇ। ਹੁਣ ਸਪਲਾਈ ਤਾਂ ਆਲਰੇਡੀ ਅੱਜ ਮੁਲਕ ਦੇ ਵਿੱਚ 70 ਮਿਲੀਅਨ ਟਨ ਅਨਾਜ ਜਿਹੜਾ ਉਹ ਪਿਆ। ਚੰਨੀ ਸਾਹਿਬ ਆਪ ਕਹਿੰਦੇ ਨੇ ਕਿ 26 ਲੱਖ ਟਨ ਹੈ ਜਿਹੜਾ ਉਹ ਇਹ ਖਰਾਬ ਹੋਇਆ, ਇਹਨਾਂ ਨੇ ਵੇਚਿਆ। ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਨੇ ਵੀ ਸਪਲਾਈ ਵੱਧ ਹੈ ਔਰ ਡਿਮਾਂਡ ਘੱਟ ਹੈ ਤੇ ਰੇਟ ਆਟੋਮੈਟਿਕਲੀ ਡਾਊਨ ਹੀ ਆਉਣਗੇ ਨਾ ਜੀ, ਵਧਣਗੇ ਥੋੜੋ। ਸੋ ਇਸ ਕਰਕੇ ਗੁੰਮਰਾਹ ਕਰਨ ਵਾਲੀ ਗੱਲਾਂ ਨੇ ਜਿਹੜੇ ਬੀਜੇਪੀ ਉਹ ਕਰ ਰਹੀ ਹੈ, ਇਹਨਾਂ ਨੂੰ ਇਹ ਨਹੀਂ ਕਰਨੀ ਚਾਹੀਦੀ ਹੈਗੀ। ਜਿਹੜਾ ਇਹਨਾਂ ਨੂੰ ਮੈਂਡੇਟ ਹੈ, ਠੀਕ ਹੈ, ਐਬਸੋਲੂਟ ਮੈਂਡੇਟ ਹੈ, ਉਹਦਾ ਇਹਨਾਂ ਜੀ ਮੈਂ ਅਰੋੜਾ ਸਾਹਿਬ ਇਸ ਦੇ ਉੱਤੇ ਰਿਐਕਸ਼ਨ ਲਵਾਂਗਾ। ਦੇਖੋ, ਸਮਝਣ ਦੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਲੋਕਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਮੈਂ ਜ਼ਿਕਰ ਕੀਤਾ ਸੀ ਇਹੀ ਹੈ ਨਾ ਕਿ ਬਹੁਤ ਸਾਰੇ ਲੋਕ ਕਿਸੇ ਤਰੀਕੇ ਨਾਲ ਗੱਲ ਨੂੰ ਸੋਚਦੇ ਨੇ, ਤਾਂ ਉਹ ਵੀ ਤੁਸੀਂ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਬੀਜੇਪੀ ਦਾ ਵੀ ਰਿਐਕਸ਼ਨ ਲਵਾਂਗੇ। ਡਾਕਟਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਡਾਕਟਰ ਅਮਰ ਸਿੰਘ ਜੀ, ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸੀ, 2-3 ਗੱਲਾਂ ਕਹਿਣੀਆਂ ਚਾਹੁੰਦਾ, ਤੁਸੀਂ ਮੈਨੂੰ ਚੰਗੀ ਤਰ੍ਹਾਂ ਸੁਣ ਲਿਓ ਔਰ ਫਿਰ ਉਹ ਜਵਾਬ ਦੇ ਦੇਣ, ਕੋਈ ਗੱਲ ਨਹੀਂ ਆ ਜੀ। ਦੇਖੋ, ਜੇ ਅੱਜ ਆਪਣੇ ਕੋਲ ਅਨਾਜ ਨਾ ਹੁੰਦਾ, ਇਹ ਜਿਹੜਾ ਇਹਨਾਂ ਦੀ ਸਰਕਾਰ ਅੱਜ ਲੈ ਰਹੀ ਆ ਬਹੁਤ ਵੱਡਾ ਆਪਣਾ ਕ੍ਰੈਡਿਟ ਕਿ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਵੰਡਤਾ, ਉਹ ਕਿੱਥੋਂ ਆਇਆ? ਉਹਦਾ ਸਵਾਲ ਦਾ ਜਵਾਬ ਦੇ ਦੇਣ। ਇਹ ਕਿੱਥੋਂ, ਕਿਆ ਫਿਰ ਇੰਪੋਰਟ ਕਰਦੇ ਜਦੋਂ ਕਰੋਨਾ ਹੋ ਗਿਆ ਸੀ ਔਰ ਇਹਦੇ 'ਚ ਦਿੱਤਾ? ਇਹ ਜਿੰਨਾ ਸਰਪਲਸ ਹੁੰਦਾ ਇਹਦੇ ਦੋ ਹੀ ਪਰਪਸ ਹੁੰਦੇ ਆ, ਜਾਂ ਤਾਂ ਤੁਸੀਂ ਐਮਰਜੈਂਸੀ ਲਈ ਰੱਖ ਲਓ ਜਾਂ ਫਿਰ ਐਕਸਪੋਰਟ ਕਰ ਦਿਓ ਜਾਂ ਗਰੀਬਾਂ ਨੂੰ ਸਸਤਾ ਕਰਕੇ ਵੰਡ ਦਿਓ। ਉਹ ਫੈਸਲੇ ਨਹੀਂ ਲੈ ਰਹੇ ਜੇ। ਮੈਂ ਦੂਸਰੀ ਗੱਲ ਇੱਕ ਹੋਰ ਕਹਿਣਾ ਚਾਹੁੰਦਾ, ਇਹਨਾਂ ਦੀ ਮਨਸ਼ਾ 2014 ਚ ਕਲੀਅਰ ਹੋ ਗਈ ਸੀ। 2014 ਚ ਕੀ ਹੋਇਆ? ਬੀਜੇਪੀ ਦੀ ਜਦੋਂ ਹੀ ਸਰਕਾਰ ਬਣੀ, ਕਿਉਂਕਿ ਇਹ ਤਾਂ ਹਮੇਸ਼ਾ ਲੋਕਾਂ ਨੂੰ ਭੁਲਾਵੇਂ ਵਾਅਦੇ ਕਰਕੇ ਬਣਾ ਲੈਂਦੇ ਆ, ਲੋਕ ਵਿਚਾਰੇ ਭੋਲੇ ਭਾਲੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ। ਉਹ ਕੀ ਹੋਇਆ ਕਿ ਇਹਨਾਂ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਏ, ਆਪਣੇ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਹੁੰਦੇ ਸੀ, ਉਹਦੀ ਰਿਕਮੈਂਡੇਸ਼ਨ ਇਹ ਸੀ ਕਿ ਪਬਲਿਕ ਪ੍ਰੋਕਿਉਰਮੈਂਟ ਖਤਮ ਕਰੋ। ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਬਣਾਇਆ ਉਹਦੇ ਚ ਜਿਹੜਾ 67% ਜਨਸੰਖਿਆ ਨੂੰ ਦਿੰਨੇ ਉਹਨੂੰ 30 ਜਾਂ 40% ਤੇ ਲੈ ਕੇ ਆਓ। ਔਰ ਇਹ ਜਿਹੜਾ ਸਰਕਾਰ ਦਾ ਦਖਲ ਹੈਗਾ ਇਹ ਸਾਰੇ ਕੰਮ ਚ ਐਮਐਸਪੀ ਔਰ ਦੂਸਰਿਆਂ ਚ, ਇਹਨੂੰ ਖਤਮ ਕਰੋ, ਪ੍ਰਾਈਵੇਟ ਸੈਕਟਰ ਨੂੰ ਲੈ ਕੇ ਆਓ। ਔਰ ਇਹਦਾ ਮੈਂ ਤੁਹਾਨੂੰ ਕਾਰਨ ਵੀ ਦੱਸ ਦਿੰਦਾ ਹੈਗਾ। ਇਹਦਾ ਕਾਰਨ ਕੀ ਆ? ਇਹਨਾਂ ਤੇ ਅਮਰੀਕਾ ਦਾ ਔਰ WTO ਦਾ ਪ੍ਰੈਸ਼ਰ ਹੈਗਾ। ਇਹ ਕਿਤੇ ਵਾਅਦਾ ਕਰਕੇ ਆਏ ਸੀ ਕਿ ਅਸੀਂ ਸਾਨੂੰ 19 ਚ ਜਿੱਤ ਜਾਣ ਦਿਓ, ਅਸੀਂ ਇਹ ਕੰਮ ਕਰ ਦਿਆਂਗੇ। ਇਹ ਆਪਣਾ ਉਹ ਵਾਅਦਾ ਪੂਰਾ ਕਰ ਰਹੇ। ਇਹਨਾਂ ਨੂੰ ਕਿਸਾਨ ਨਹੀਂ ਦਿਖ ਰਿਹਾ ਹੈਗਾ, ਇਹ ਬਿਲਕੁਲ ਝੂਠ ਬੋਲ ਰਹੇ ਹੈਗੇ ਆ। ਅੱਛਾ, ਫਾਰਮਰ ਕਿਹੜਾ ਐਗਰੀਮੈਂਟ ਪੜੂਗਾ? ਕਹਿੰਦੇ ਜੀ ਫਾਰਮਰ ਨੂੰ ਐਗਰੀਮੈਂਟ ਕਰਾ ਲਓ। ਅਰੇ ਦੱਸ, ਉਹ ਵਿਚਾਰਾ ਪੜਿਆ ਨਹੀਂ, ਕਿਹੜੇ ਐਗਰੀਮੈਂਟ ਦਾ ਉਹਦਾ ਫੈਸਲਾ ਹੋ ਜਾਊਗਾ। ਚਲੋ ਪੁਆਇੰਟ ਹੈਗਾ ਹੀ ਹੈ ਸਰ, ਕੰਪਨੀਆਂ ਵਾਲੇ ਲੈ ਕੇ ਆਉਣਗੇ। ਬਿਲਕੁਲ ਉਹੀ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਆਮ ਕਿਸਾਨ ਨਹੀਂ ਪੜ ਰਿਹਾ ਜਾਂ ਨਹੀਂ ਪੜ ਪਾ ਰਿਹਾ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਸਮਝਾਈਏ। ਤੁਸੀਂ ਸਮਝਾਓ, ਕਿਸਾਨ ਆਗੂ ਸਮਝਾਉਣ, ਜਾਂ ਫਿਰ ਸਾਡੀ ਵੀ ਜ਼ਿੰਮੇਵਾਰੀ ਬਣਦੀ। ਨਹੀਂ, ਇੱਕ ਗੱਲ ਹੋਰ ਕਹਿਣਾ ਚਾਹੁੰਦਾ, 1 ਮਿੰਟ ਬਸ। ਫਿਰ ਇਹ ਕਹਿੰਦੇ ਆ ਕਿ ਨਹੀਂ ਜੀ, ਜਦੋਂ ਜ਼ਿਆਦਾ ਖਰੀਦਦਾਰ ਆਣਗੇ ਉਦੋਂ ਐ ਕਰੋ ਜੀ, ਐਮਐਸਪੀ ਸਿਰਫ 15-20% ਖਰੀਦੀ ਜਾਂਦੀ ਹੈ ਸਾਰੀ ਉਪਜ ਦੀ, ਬਾਕੀ 75-80% ਤੇ ਸਾਰੇ ਹਿੰਦੁਸਤਾਨ ਚ ਪੁੱਛ ਲਓ ਕਿ ਉਹਨਾਂ ਨੂੰ ਕੀ ਪੂਰਾ ਭਾਅ ਮਿਲਦਾ। ਆ ਜਿਹੜੇ ਯੂਪੀ ਵਾਲੇ ਹਰਿਆਣਾ ਚ ਆ ਕੇ ਕਣਕ ਔਰ ਝੋਨਾ ਵੇਚਦੇ ਆ, ਕਿਉਂ ਵੇਚਦੇ ਆ? ਬਿਲਕੁਲ ਆਲਰੇਡੀ ਆਪਾਂ ਅਮਨ ਅਰੋੜਾ ਜੀ ਵੀ ਇਸ ਦਾ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਬਿਹਾਰ ਤੋਂ ਇੱਥੇ ਪ੍ਰਵਾਸੀ ਮਜ਼ਦੂਰ ਪਹੁੰਚਦੇ ਨੇ, ਉਹ ਇਸੇ ਗੱਲ ਦਾ ਜ਼ਿਕਰ ਕਰਦੇ ਆ। ਰਾਜੇਵਾਲ ਸਾਹਿਬ, ਇਹ ਅਮਰੀਕਾ ਦੇ ਔਰ WTO ਜੀ ਆਪਣੇ ਕੋਲ ਸਮਾਂ ਬਹੁਤ ਥੋੜਾ ਹੈ, ਮੈਂ ਰਾਜੇਵਾਲ ਸਾਹਿਬ ਦਾ ਰਿਐਕਸ਼ਨ ਲੈਣਾ। ਰਾਜੇਵਾਲ ਸਾਹਿਬ
ਗੌਰਵ ਜੀ ਰਾਜੇਵਾਲ ਸਾਹਿਬ। ਜਿਹੜੀ ਗੱਲ ਚੰਨੀ ਸਾਹਿਬ ਨੇ ਕਹੀ ਵੀ ਮੈਂ ਗੌਰਵ ਜੀ ਅਰਜ਼ ਕਰਾਂ, ਜਿਹੜੀ ਗੱਲ ਚੰਨੀ ਸਾਹਿਬ ਕਹਿੰਦੇ ਆ ਵੀ ਭਾਰਤ ਸਰਕਾਰ ਦਾ, ਮੋਦੀ ਸਰਕਾਰ ਦਾ ਟੀਚਾ ਹੈ ਆਮਦਨ ਦੁੱਗਣੀ ਕਰਨ ਦਾ, ਔਰ ਇਹ ਡਿਵੈਲਪ ਕੰਟਰੀਜ਼ ਦੇ ਵਿੱਚ ਇਹਦਾ ਬੜਾ ਫਾਇਦਾ ਹੋਇਆ। ਮੈਨੂੰ ਇੱਕ ਤਾਂ ਦੱਸੋ, ਇੰਨਾ ਹੈਵੀਲੀ ਸਬਸਿਡਾਈਜ਼ ਹੈ ਐਗਰੀਕਲਚਰ ਡਿਵੈਲਪ ਕੰਟਰੀਜ਼ ਦੇ ਵਿੱਚ। ਅਮਰੀਕਾ 'ਚ ਜਿੱਥੇ 476 ਹੈਕਟੇਅਰ ਐਵਰੇਜ ਲੈਂਡ ਹੋਲਡਿੰਗ ਹੈ, ਸਾਡੇ 86% ਪੋਪੂਲੇਸ਼ਨ ਕੋਲ ਲੈਸ ਦੈਨ 5 ਏਕੜਸ ਹੈ। ਸਾਡਾ ਉਹਨਾਂ ਨਾਲ ਮੁਕਾਬਲਾ ਕਰਦੇ ਹੋ ਜਿਹੜੀ ਬਹੁਤ ਹੈਵੀਲੀ ਸਬਸਿਡਾਈਜ਼ਡ ਕਿਸਾਨ ਨੇ, ਇਹ ਪੋਸੀਬਲ ਨਹੀਂ। ਦੂਸਰੀ ਗੱਲ, ਅੱਜ 23 ਫਸਲਾਂ ਦੀ MSP ਤੈਅ ਹੁੰਦੀ ਹੈ, ਸਰਕਾਰ ਖਰੀਦੀ ਹੈ ਕਣਕ ਤੇ ਝੋਨਾ। ਮੱਕੀ ਦੀ ਅੱਜ ਤਾਜ਼ਾ ਮਿਸਾਲ ਹੈ, ਮੱਕੀ ਦਾ ਅਸੀਂ ਰੇਟ ਬੰਨਿਆ ਹੋਇਆ 1850, ਉਹ 1100-1200 ਤੇ ਵੱਧ ਵਿਕਦੀ ਨਹੀਂ। ਇਹ ਤੋਂ ਵੀ ਅਗਲੀ ਗੱਲ, 1 ਲੱਖ ਕਰੋੜ ਰੁਪਈਆ ਸਰਕਾਰ ਜੇ ਡਾਇਵਰਸਿਫਿਕੇਸ਼ਨ ਦਾ ਰੌਲਾ ਪਾਉਂਦੀ ਹੈ, 1 ਲੱਖ ਕਰੋੜ ਰੁਪਈਆ ਉਹਨਾਂ ਨੇ ਐਵਰੇਜ ਹਰ ਸਾਲ ਐਡੀਬਲ ਆਇਲ ਤੇ ਦਾਲਾਂ ਖਰੀਦਣ ਦੇ ਵਿਦੇਸ਼ਾਂ ਤੋਂ ਖਰਚਿਆ ਜਾਂਦਾ ਹੈ। ਜੇ ਇੱਥੇ ਦੇ ਕਿਸਾਨਾਂ ਕੋਲੋਂ ਹੀ ਖਰੀਦ ਲੈਣ ਤਾਂ ਮੈਂ ਸਮਝਦਾ ਲੋਕਾਂ ਨੂੰ ਇੱਕ ਤਾਂ ਜਦ ਪੈਸੇ MSP ਤੇ ਪੂਰੇ ਮਿਲਣਗੇ। ਹੁਣ ਜਿਹੜੀ ਮੂੰਗੀ ਦੀ ਦਾਲ 2500 ਰੁਪਏ ਨੂੰ 3000 ਨੂੰ ਵਿਕਦੀ ਹੈ ਮੰਡੀ ਦੇ ਵਿੱਚ, ਉਹਦੀ MSP ਹੈ 6000 ਰੁਪਇਆ, ਤੇ ਜੇ 6000 ਕਿਸਾਨ ਨੂੰ ਮਿਲੇ ਤਾਂ ਫਿਰ ਉਹ ਅਗਲੀ ਵਾਰੀ ਮੂੰਗੀ ਕਰ ਦੂ, ਦਾਲਾਂ ਦੀ ਕਮੀ ਰਹਿਣੀ ਨਹੀਂ। ਤੇ ਜੇ ਤੁਸੀਂ ਜਿਹੜਾ ਸਾਡੇ ਕੋਲ ਹੈਗਾ ਸੂਰਜਮੁਖੀ, ਤੁਸੀਂ ਉਹ 5800 ਰੁਪਇਆ ਉਹਦੀ MSP ਹੈ, ਉਹ 3500-3700 ਨੂੰ ਵਿਕਦਾ ਹੈ। ਤੇ ਜੇ ਉਹਨੂੰ 5800 ਤੇ ਖਰੀਦਣ ਲੱਗ ਜਾਓ, ਉਹਦਾ ਜਿਹੜਾ ਇਹਦੇ ਨੇੜੇ ਤੇੜੇ ਪਹੁੰਚ ਜੂ, ਉਹਦੀ ਜਿਹੜੀ ਖਰੀਦ ਦੀ ਕੀਮਤ ਹੈ ਪੈਡੀ ਦੇ ਨੇੜੇ, ਤੇ ਉਹਨੇ ਜ਼ਰੂਰ ਪੈਡੀ ਨਾਲ ਮੱਥਾ ਮਾਰਨੇ, ਸੌਖੀ ਖੇਤੀ ਕਰੂ। ਤੇ ਤੁਸੀਂ ਐਡੀਬਲ ਆਇਲ ਬਾਹਰੋਂ ਇੰਪੋਰਟ ਨਾ ਕਰੋ, ਲੱਖ ਕਰੋੜ ਰੁਪਇਆ ਇੱਧਰ ਲਾ ਦਿਓ। ਅਸਲ ਗੱਲ ਕੀ ਹੈ ਵੀ ਸਾਡੀ ਖੇਤੀ 80% ਲੋਕਾਂ ਦਾ ਰੁਜ਼ਗਾਰ ਹੈ, 20% ਲੋਕਾਂ ਨੂੰ ਰੁਜ਼ਗਾਰ ਦਿੰਦੇ ਆ, ਬਾਕੀ ਸਾਰੇ ਸੈਕਟਰ, ਇੰਡਸਟਰੀ, ਕਾਰਪੋਰੇਟ ਸੈਕਟਰ, ਸਰਵਿਸ ਸੈਕਟਰ 20% ਨੂੰ। ਉਹ 20% ਵਾਸਤੇ ਸਰਕਾਰ ਕੋਲ ਇਨਸੈਂਟਿਵ ਦੇਣ ਨੂੰ, ਉਹਨਾਂ ਦੇ NPA 'ਚ ਗਏ ਹੋਏ ਪੈਸੇ ਮਾਫ ਕਰਨ ਨੂੰ, ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਰਿਆਇਤਾਂ ਦੇਣ ਲਈ ਹਰ ਸਾਲ 6 ਤੋਂ 7 ਲੱਖ ਕਰੋੜ ਰੁਪਇਆ ਨਿਕਲਿਆ ਆਉਂਦਾ ਹੈ। ਜੇ ਟੋਟਲ ਪੈਸੇ ਦਾ 3 ਲੱਖ ਕਰੋੜ ਰੁਪਇਆ ਇੱਕ ਸਰਕਲ 'ਚ ਪਾ ਦੇ ਭਾਰਤ ਸਰਕਾਰ, ਤਾਂ ਇਸ ਕਾਨੂੰਨ ਦੀ ਲੋੜ ਹੈ ਨਹੀਂ। ਔਰ ਉਹਨੂੰ ਤੁਸੀਂ ਸਰਕਲ 'ਚ ਪਾ ਕੇ, ਉਹਨੂੰ ਸਾਈਕਲ 'ਚ ਪਾ ਕੇ, ਜਿਹੜੇ ਗਰੀਬ ਠੀਕ ਹੈ ਸਰ, ਮਾਫੀ ਚਾਹੁੰਦਾ ਤੁਹਾਨੂੰ ਵਿਚਾਲੇ ਰੋਕਿਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਆਪਾਂ ਬਹੁਤ ਤਫਸੀਲ ਦੇ ਨਾਲ ਗੱਲਬਾਤ ਇਸ ਦੀ ਕੀਤੀ ਹੈ। ਰਾਜੇਵਾਲ ਸਾਹਿਬ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਡਾਕਟਰ ਅਮਰ ਸਿੰਘ ਜੀ ਤੁਹਾਡਾ ਵੀ, ਚੰਨੀ ਸਾਹਿਬ ਤੁਹਾਡਾ ਵੀ, ਤੇ ਅਰੋੜਾ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਦੇਖੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰਥਕ ਗੱਲਬਾਤ ਹੋ ਸਕੇ, ਤੁਸੀਂ ਚੀਜ਼ਾਂ ਨੂੰ ਸਮਝ ਸਕੋ ਕਿ ਆਖਿਰ ਪੂਰਾ ਮੁੱਦਾ ਕੀ ਹੈ, ਕਿਉਂ ਆਖਿਰ ਇਸ ਦੇ ਉੱਤੇ ਵਿਵਾਦ ਹੋ ਰਿਹਾ ਹੈ। ਖਰਚੇ ਬਹੁਤ ਸਾਰੇ ਨੇ ਤੇ 2-3 ਚੀਜ਼ਾਂ ਇਸ ਪੂਰੀ ਡਿਬੇਟ ਦੇ ਵਿੱਚ ਨਿਕਲ ਕੇ ਆਈਆਂ ਨੇ। ਇੱਕ ਕਿ ਤੁਸੀਂ ਕਿਸੇ ਵਿਦੇਸ਼ੀ ਜਿਹੜਾ ਪੂਰਾ ਸਿਸਟਮ ਹੈ ਉਸ ਦੇ ਨਾਲ ਕੰਪੇਅਰ ਹਿੰਦੁਸਤਾਨ ਨੂੰ ਨਹੀਂ ਕਰ ਸਕਦੇ। ਉੱਥੇ ਸਬਸਿਡੀਜ਼ ਅਲੱਗ ਤਰੀਕੇ ਨਾਲ ਮਿਲਦੀਆਂ ਨੇ, ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ ਨੇ। ਪਰ ਦੂਜੇ ਪਾਸੇ ਜਿਹੜਾ ਖਰਚਾ ਹੈ ਉਹ MSP ਨੂੰ ਲੈ ਕੇ, MSP ਤੋਂ ਵੀ ਜ਼ਿਆਦਾ ਖਰਚਾ ਇਹ ਹੈ ਕਿ MSP ਤਾਂ ਤੁਸੀਂ ਤੈਅ ਕਰ ਦੋਗੇ, ਪਰ MSP ਤੇ ਕੀ ਖਰੀਦੀ ਜਾਏਗੀ ਫਸਲ ਜਾਂ ਨਹੀਂ। ਉਮੀਦ ਕਰਾਂਗੇ ਕਿ ਕੇਂਦਰ ਸਰਕਾਰ ਹਰ ਇੱਕ ਖਰਚੇ ਨੂੰ ਦੂਰ ਕਰੇ, ਤੇ ਕਿਉਂਕਿ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਵਿਰੋਧੀ ਪਾਰਟੀਆਂ ਦੇ ਵੀ ਸੁਣ ਕੇ ਜੇ ਇਸ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ ਤਾਂ ਉਹ ਵੀ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਹੈ, ਜੇਕਰ ਕੋਈ ਦਿੱਕਤ ਆਰਡੀਨੈਂਸਾਂ ਦੇ ਵਿੱਚ ਹੋਏਗੀ। ਫਿਲਹਾਲ ਇਸ ਚਰਚਾ ਦੇ ਵਿੱਚ ਨਹੀਂ, ਛੋਟਾ ਜਿਹਾ ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਤੁਹਾਡੇ ਦਰਸ਼ਕਾਂ ਦੀ ਰਾਏ ਕੀ ਹੈ ਅੱਜ ਇਸ ਪੂਰੇ ਮੁੱਦੇ ਉੱਤੇ। ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ, ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਕਿਸਾਨਾਂ ਦੇ ਮੁੱਦੇ ਦੇ ਨਾਲ ਜੁੜਿਆ ਹੋਇਆ ਆਰਡੀਨੈਂਸਾਂ ਨੂੰ ਲੈ ਕੇ ਜਿਹੜਾ ਇਸ ਸਮੇਂ ਵਿਰੋਧ ਪ੍ਰਦਰਸ਼ਨ ਹੋ ਰਿਹਾ। ਸਾਡਾ ਅੱਜ ਦਾ ਸਵਾਲ ਸੀ ਕਿ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਖਰਚੇ ਕੀ ਜਾਇਜ਼ ਨੇ। ਇਸ ਦੇ ਉੱਤੇ ਭਰਪੂਰ ਹੁੰਗਾਰਾ ਤੁਹਾਡਾ ਸਾਨੂੰ ਮਿਲਿਆ ਤੇ ਬਹੁਤ ਸਾਰੀ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੇ SMS ਦੇ ਜ਼ਰੀਏ ਆਪਣੀ ਰਾਏ ਸਾਡੇ ਤੱਕ ਪਹੁੰਚਾਈ ਹੈ। ਮੈਂ ਇੱਕ ਵਾਰ ਫਿਰ ਤੋਂ ਸਵਾਲ ਦੁਹਰਾ ਦਵਾਂ, ਜੋ ਸਾਡਾ ਸੀ ਸਵਾਲ ਕਿ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਖਰਚੇ ਜਾਇਜ਼ ਨੇ, ਤੇ ਇਸ ਦੇ ਉੱਤੇ ਜੋ ਰਾਏ ਸਾਡੇ ਤੱਕ ਪਹੁੰਚੀ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੁਣ ਜ਼ਿਆਦਾਤਰ ਸਾਡੇ ਦਰਸ਼ਕਾਂ ਦੀ ਰਾਏ ਹਾਂ ਦੇ ਵਿੱਚ ਆਈ ਹੈ, ਯਾਨੀ ਕਿ ਦਰਸ਼ਕ ਕਹਿੰਦੇ ਨੇ ਕਿ ਆਰਡੀਨੈਂਸਾਂ ਦੇ ਉੱਤੇ ਕਿਸਾਨਾਂ ਦੇ ਖਰਚੇ ਜਾਇਜ਼ ਨੇ। ਕਿੰਨੇ ਫੀਸਦ ਹੈ? ਦੇਖੋ 86%। ਜੇਕਰ ਬੀਜੇਪੀ ਦੇ ਲੀਡਰ ਦੇਖ ਰਹੇ ਹੋਣ ਤਾਂ ਜ਼ਰੂਰ ਘੱਟੋ ਘੱਟ ਕਿਸਾਨਾਂ ਨੂੰ ਸਮਝਾਉਣ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਦਿੱਕਤ ਨਹੀਂ ਹੈ, ਕਿਉਂਕਿ ਕਿਸਾਨਾਂ ਨੂੰ ਲੈ ਕੇ ਸਾਡੇ ਦਰਸ਼ਕਾਂ ਦੀ ਵੀ ਰਾਏ ਇਹੀ ਹੈ ਕਿ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੇ ਖਰਚੇ ਬਿਲਕੁਲ ਜਾਇਜ਼ ਨੇ, ਜਦਕਿ 14% ਨੂੰ ਅਜਿਹਾ ਨਹੀਂ ਲੱਗਦਾ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।